ਇਹਦੇ ਤੇ ਵੀ ਤੁਹਾਨੂੰ ਨਾ ਕੋਈ 100 ਨਜ਼ਰੀਆਤ ਮਿਲ ਜਾਂਦੇ ਨੇ। ਤੁਸੀਂ ਪੰਜਾਬੀ ਦੀ ਗੱਲ ਵੀ ਕਰਦੇ ਆ ਨਾ, ਇਵਨ ਇੰਗਲਿਸ਼ ਦੀ ਵੀ ਗੱਲ ਕਰਦੇ ਆ, ਇਹਦੇ ਪਿੱਛੇ ਬੜਾ ਇੱਕ ਨਾ ਪੂਰਾ ਇੱਕ ਜ਼ਮਾਨਾ ਗੁਜ਼ਰਿਆ ਹੁੰਦਾ ਹੈ, ਕਈ ਹਜ਼ਾਰ ਸਾਲ ਪਿੱਛੇ ਦੀਆਂ ਗੱਲਾਂ ਨੇ। ਪੰਜਾਬੀ ਅੱਜ ਦੀ ਤਾਂ ਗੱਲ ਹੀ ਨਹੀਂ, ਅਸੀਂ ਤਾਂ ਲਿਖ ਹੀ ਨਹੀਂ ਸਕਦੇ ਕਿ ਸਭ ਤੋਂ ਪਹਿਲੇ ਪੰਜਾਬੀ ਕਿਹਨੇ ਲਿਖੀ, ਕਿਹਨੇ ਬੋਲੀ। ਇਹ ਪਤਾ ਨਹੀਂ ਕਿਦੋਂ ਦਾ, ਕਿਹੜੇ ਇਸ਼ਾਰਿਆਂ ਦੀ ਜ਼ੁਬਾਨ ਤਾਂ ਬੇਸਿਕਲੀ ਲਾਮਤੀ ਨਿਜ਼ਾਮ ਹੈ ਨਾ, ਅਸੀਂ ਕੁਝ ਇਸ਼ਾਰੇ ਮਖਸੂਸ ਕਰ ਲਈਦੇ ਨੇ। ਜਦੋਂ ਤੁਹਾਡਾ ਆਡੀਸ਼ਨ ਹੋਇਆ, ਜਿਹੜਾ ਕਿੱਸਾ ਤੁਸੀਂ ਉੱਥੇ ਪਹਿਲੀ ਦਫਾ ਬੋਲਿਆ, ਉਹ ਕੋਈ ਸਾਨੂੰ ਸੁਣਾ ਸਕਦੇ? ਉਹ ਕਿੱਸਾ ਨਹੀਂ ਸੀ, ਉਦੋਂ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਸੀ, ਉਹਨਾਂ ਬਸ ਇਹਨਾਂ ਕਿਹਾ ਸੀ ਆਡੀਸ਼ਨ ਤੁਸੀਂ ਬੋਲੋ, ਕੁਝ ਤੇ ਬੋਲੇ ਹੋ। ਹਾਂ ਮੈਂ ਬੋਲੀ ਸੀ। ਮੈਨੂੰ ਉਹਨਾਂ ਨੇ ਮੈਨੂੰ ਇੱਕ ਤਾਂ ਪੇਪਰ ਦਿੱਤਾ ਨਾ ਕਿ ਇਹਨੂੰ ਪੜੋ, ਮੈਂ ਕਿਹਾ ਇੰਜ ਨਹੀਂ ਮੈਨੂੰ ਪੜਿਆ ਜਾਂਦਾ, ਇੰਜ ਮੈਨੂੰ ਰੱਟੇ ਨਹੀਂ ਲੱਗਦੇ, ਮੈਂ ਤਾਂ ਜ਼ਿੰਦਗੀ 'ਚ ਰੱਟਾ ਲਾ ਕੇ ਪਾਸ। ਅਗਰ ਤੁਹਾਡੇ ਕੋਲ ਕੋਈ ਤੁਹਾਡੀ ਮਨਪਸੰਦ ਦਾ ਕਿੱਸਾ ਸੁਣਨਾ ਚਾਹੀਏ ਸੀ ਪੰਜਾਬੀ ਦੇ ਅੰਦਰੋਂ, ਯਾਨੀ ਜਿਹੜਾ ਢਿੱਡੋਂ ਜਿਹਨੂੰ ਕਹਿੰਦੇ ਨੇ, ਉਹ ਕਿਹੜਾ ਕਿੱਸਾ ਜਿਹੜਾ ਥੋੜਾ ਜਿਹਾ ਸਾਨੂੰ ਸੁਣਾਓ ਤੇ ਅਸੀਂ ਵੀ ਦੇਖੀਏ ਕਿ ਤੁਹਾਡੀ ਕਿੱਸਾ ਕੋਈ ਕਿੰਜ ਦੀ ਹੈ। बिस्मिल्लाहिर्रहमानिर्रहीम, अस्सलाम वालेकुम वरहमतुल्लाहि वबरकातुहू। कहते हैं कि जुबान इंसान की शख्सियत की आईनादार होती है। अगर आपकी जुबान उर्दू है तो मैं ये नहीं कहूँगा, अगर जुबान इंग्लिश है तो ये भी नहीं मैं कहूँगा, पंजाबी है तो पंजाबी किंज बोलनी चाहिए, तो पंजाबी का की रंग है ये भी नहीं कहूँगा, और इंग्लिश है तो इंग्लिश में क्या होता है ये भी नहीं कहूँगा, क्योंकि आज मेरे पास कहने के लिए वो शख्सियत मौजूद है जो कि किसी तारुफ की मोहताज नहीं। नाम भी बहुत बड़ा, डॉक्टर शुमाइला हुसैन, जो कि असिस्टेंट प्रोफेसर दयाल सिंह, और उनके और भी बहुत सारे कारनामे अगर मैं आपके सामने लाऊं तो आप हैरान रह जाएंगे। उर्दू ड्रामे के नुमाइंदा नसाई किरदार के ऊपर एक किताब उनकी शाया हुई जो कि बहुत मकबूल हुई, और दूसरी किताब उनकी सराइकी दानिश के साथ मुकालमा, जो कि बहुत ज्यादा पजीराई के साथ साथ उनको शोहरत की मंजिलों की तरफ भी ले गई। अच्छा, शायरी पंजाबी और उर्दू दोनों में करती हैं। किस्सा गोई उनका जो है वो एक खास फन है। मुख्तलिफ पॉडकास्ट में मौजूद होती हैं, व्लॉग्स करती हैं, और मुआशरे को बहुत करीबी की निगाह से देखती हैं, और बड़ी हंसमुख हैं, प्यार करने वाली हैं। आज हमारे स्टूडियो में मौजूद हैं। अस्सलाम वालेकुम। वालेकुम अस्सलाम। सबसे पहले आपका शुक्रिया, आपने वक्त निकाला। थैंक यू, आपने मुझे बुलाया। मैं तो बंदा लभदी फिरदी जिसको बैठ के पूछा कि हुंदा की है, जिंदगी चल किवें रही है। अब मुझे आप ये इजाजत देंगी कि मैं आपके साथ पंजाबी के साथ प्रोग्राम करूं, या उर्दू ही मुझे? जैसे बस अंग्रेजी ना बोलिएगा, बाकी उर्दू पंजाबी सराइकी आप कोई भी बोलिए। अच्छा जी, मैं अपने प्रोग्राम ਦੇ ਵਿੱਚ ਇਹ ਸ਼ੁਰੂ ਤੋਂ ਕਹਿ ਬੈਠਾ ਕਿ ਪੰਜਾਬੀ ਹੋਵੇ ਜਾਂ ਇੰਗਲਿਸ਼ ਹੋਵੇ ਜਾਂ ਸਰਾਈਕੀ ਹੋਵੇ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇੰਗਲਿਸ਼ ਤੋਂ ਮੈਨੂੰ ਇਨਕਾਰ ਕਰ ਦਿੱਤਾ ਜਾਏਗਾ। ਬਈ ਅੰਗਰੇਜ਼ੀ ਸਾਡਾ ਜਿਹਨੂੰ ਕਹਿੰਦੇ ਨੇ ਨਾ ਸਭ ਤੋਂ ਵੀਕ ਪੁਆਇੰਟ ਹੈ ਨਾ। ਅਸੀਂ 4 ਜੁਮਲੇ ਬੋਲੀਏ, 5ਵੇਂ ਜੁਮਲੇ ਤੇ ਸਾਨੂੰ ਸੋਚਣਾ ਪੈ ਜਾਂਦਾ ਕਿ ਹੁਣ ਸਾਡੀ ਅੰਗਰੇਜ਼ੀ ਮੁੱਕ ਗਈ ਹੈ। ਅੱਛਾ, ਤੁਸੀਂ ਪੰਜਾਬੀ ਦੇ ਪ੍ਰੋਫੈਸਰ ਵੀ ਹੋ, ਪੰਜਾਬੀ ਚ ਸ਼ਾਇਰੀ ਵੀ ਕਰਦੇ ਹੋ, ਪੰਜਾਬੀ ਦੇ ਵਿੱਚ ਬੋਲਦੇ ਵੀ ਹੋ। ਮੈਨੂੰ ਅੱਜ ਪਹਿਲੀ ਦਫਾ ਇਹ ਸ਼ਰਫ ਹਾਸਲ ਹੋਇਆ ਹੈ ਕਿ ਮੈਂ ਇੱਕ ਪੰਜਾਬਣ ਦੇ ਨਾਲ ਜਾਂ ਪੰਜਾਬੀ ਬੋਲਣ ਵਾਲੇ ਦੇ ਨਾਲ ਪ੍ਰੋਗਰਾਮ ਕਰਨ ਜਾ ਰਿਹਾ, ਔਰ ਪਹਿਲਾ ਮੇਰਾ ਪੰਜਾਬੀ ਪ੍ਰੋਗਰਾਮ ਸਮਝੋ, ਕਿਉਂਕਿ ਮੈਨੂੰ ਤੁਹਾਨੂੰ ਦੇਖ ਕੇ ਰਿਹਾ ਨਹੀਂ ਗਿਆ ਕਿ ਮੈਂ ਉਰਦੂ ਬੋਲਾਂ, ਜਾਂ ਕਿਉਂਕਿ ਤੁਹਾਡੇ ਲਹਿਜੇ ਦੇ ਵਿੱਚ ਉਹ ਮਿਠਾਸ ਹੈ, ਉਹ ਪਿਆਰ ਹੈ, ਉਹ ਮੁਹੱਬਤ ਹੈ। ਤੇ ਅਸੀਂ ਮੁਖਤਲਿਫ ਚੈਨਲ ਤੇ ਪ੍ਰੋਗਰਾਮ ਵੀ ਕਰ ਚੁੱਕੇ ਹਾਂ, ਸੋਨੋ ਟੀਵੀ ਪੋਡਕਾਸਟ ਦੇ ਉੱਤੇ ਅਸੀਂ ਪੰਜਾਬੀ ਮਿੱਤਰਾਂ ਦੀ, ਹਾਂਜੀ, ਹਵੇਲੀ ਮਿੱਤਰਾਂ ਦੀ ਪੰਜਾਬੀ ਪ੍ਰੋਗਰਾਮ ਕੀਤਾ ਹੈ। ਉਹਦੇ ਵਿੱਚ ਮਾਸ਼ਾਅੱਲਾ ਤੁਹਾਡਾ ਅੰਦਾਜ਼ੇ ਬਿਆਨ, ਬੋਲਣ ਦਾ ਅੰਦਾਜ਼ ਐਡਾ ਜ਼ਬਰਦਸਤ ਹੈ, ਐਡਾ ਕਮਾਲ ਦਾ ਕਿ ਮੈਨੂੰ ਕੋ ਰਿਹਾ ਨਹੀਂ ਗਿਆ ਕਿ ਤੁਹਾਨੂੰ ਆਪਣੇ ਪ੍ਰੋਗਰਾਮ 'ਚ ਬੁਲਾ ਲਵਾਂ। ਕੀ ਸਮਝਦੇ ਹੋ ਕਿ ਪੰਜਾਬੀ ਬੋਲਣ ਵਾਲੇ ਲੋਕੀ ਜ਼ਿਆਦਾ ਮਿੱਠੇ ਹੁੰਦੇ? ਨਹੀਂ, ਇਹਦੇ 'ਚ ਗੱਲ ਨਾ ਮਿੱਠੇ ਕੌੜੇ ਦੀ ਨਹੀਂ ਹੈ। ਸਿੱਧੀ ਗੱਲ ਤਾਂ ਇਹ ਹੈ ਕਿ ਕੋਈ ਵੀ ਜ਼ੁਬਾਨ ਬੋਲਣ ਵਾਲਾ, ਜਿਹਦੀ ਜੋ ਵੀ ਜ਼ੁਬਾਨ ਹੈ, ਮਤਲਬ ਤੁਹਾਡੀ ਕੋਈ ਮਾਦਰੀ ਜ਼ੁਬਾਨ ਚਲੋ ਅੰਗਰੇਜ਼ੀ ਹੈ, ਆਪਾਂ ਵਕਤੀ ਤੌਰ ਤੇ ਕਰ ਲਈਏ, ਤੇ ਉਹ ਮੁਖਤਲਿਫ ਇਲਾਕਿਆਂ ਦੇ ਲਹਿਜੇ ਮੁਖਤਲਿਫ ਨੇ। ਬ੍ਰਿਟਿਸ਼ ਹੋਰ ਤਰ੍ਹਾਂ ਬੋਲਦੇ ਨੇ, ਅਮਰੀਕਨ ਹੋਰ ਤਰ੍ਹਾਂ ਬੋਲਦੇ ਨੇ, ਆਇਰਿਸ਼ ਹੋਰ ਤਰ੍ਹਾਂ ਬੋਲਣਗੇ, ਫਿਨਲੈਂਡ ਵਾਲੇ ਹੋਰ ਤਰ੍ਹਾਂ ਬੋਲਣਗੇ। ਲੇਕਿਨ ਇਹ ਜ਼ਰੂਰ ਹੈ ਕਿ ਉਹਨਾਂ ਦਾ ਲਹਿਜੇ ਦਾ ਡਿਫਰੈਂਸ ਹੋਏਗਾ, ਲੇਕਿਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਉਹ ਫਲਾਣੇ ਇਲਾਕੇ ਦਾ ਬੰਦਾ ਜਿਹੜਾ ਉਹਦੀ ਜ਼ੁਬਾਨ ਜਿਹੜੀ ਹੈ ਨਾ ਉਹ ਤਾਂ ਬੜੀ ਸਖਤ ਹੈ ਜੀ। ਗੱਲ ਹੈ ਅੰਦਾਜ਼ ਦੀ। ਜਿਵੇਂ ਸਾਨੂੰ ਪੰਜਾਬੀ ਤੇ ਇੱਕ ਇਲਜ਼ਾਮ ਲਾ ਦਿੱਤਾ ਗਿਆ ਕਿ ਇਹ ਤਾਂ ਸਿਰਫ ਨਾ ਅੱਖੜ ਲਹਿਜਾ ਹੈ, ਇਹ ਤਾਂ ਬੜਾ ਨਾ ਕੋਈ ਇਦਾਂ ਦਾ ਲਹਿਜਾ ਹੈ ਕਿ ਵੀ ਜਦੋਂ ਗੱਲ ਕਰੀਦੀ ਇੰਝ ਲੱਗਦਾ ਬਦਤਮੀਜ਼ੀ ਹੋ ਰਹੀ ਹੈ, ਇਹ ਤਾਂ ਇੰਝ ਲੱਗਦਾ ਹੈ ਕਿ ਤੁਸੀਂ ਮਤਲਬ ਜਾਹਿਲਾਂ ਦੀ ਜ਼ੁਬਾਨ ਹੈ, ਇਹ ਬੁਰੇ ਲੋਕਾਂ ਦੀ ਜ਼ੁਬਾਨ ਹੈ। ਸਾਡੇ ਦਿਮਾਗਾਂ 'ਚ ਪਾਇਆ ਗਿਆ ਨਾ, ਕੰਪਲੈਕਸ ਸਾਨੂੰ ਕਰ ਦਿੱਤਾ ਗਿਆ। ਇਸ ਕਰਕੇ ਅਸੀਂ ਸਭ ਤੋਂ ਪਹਿਲੇ ਕੰਪਲੈਕਸ ਹੋ ਕੇ ਨਾ ਆਪਣੀ ਜ਼ੁਬਾਨ ਛੱਡੀ। ਸਾਨੂੰ ਲੱਗਾ ਕਿ ਸ਼ਾਇਦ ਸਿਰਫ ਉਰਦੂ ਬੋਲਣ ਵਾਲੇ ਮਤਲਬ ਜਿਹੜੇ ਬੱਚੇ ਹੁੰਦੇ ਨੇ, ਲੋਕ ਹੁੰਦੇ ਨੇ, ਉਹੀ ਸ਼ਾਇਸਤਾ ਗੁਫ਼ਤਗੂ ਕਰ ਸਕਦੇ ਨੇ। ਇਹ ਜਦੋਂ ਸਾਡੇ ਦਿਮਾਗ 'ਚ ਪੈ ਗਿਆ
ਤੇ ਫਿਰ ਅਸੀਂ ਉਰਦੂ ਦੀਆਂ ਲੱਤਾਂ ਤੋੜੀਆਂ ਟਿਕਾ ਕੇ ਜਿੰਨੀਆਂ ਸਾਡੇ ਕੋਲ ਟੁੱਟ ਸਕਦੀਆਂ ਸੀ। ਹੁਣ ਤੁਸੀਂ ਦੇਖਦੇ ਹੋ ਕਿ ਅਸੀਂ ਆਪਣੇ ਘਰਾਂ 'ਚ ਵੀ ਬੱਚਿਆਂ ਨੂੰ ਸਿਖਾਉਂਦੇ ਹਾਂ ਜਦੋਂ ਉਰਦੂ। ਇਹ ਨਹੀਂ, ਮੈਂ ਬਿਲਕੁਲ ਇਹਦੇ ਵੀ ਖਿਲਾਫ ਨਹੀਂ ਹਾਂ। ਮੇਰੀ ਤਾਂ ਡਾਕਟਰੇਟ ਉਰਦੂ 'ਚ ਹੈ, ਮੈਂ ਪੜ੍ਹਾਉਂਦੀ ਉਰਦੂ ਹਾਂ। ਮੈਨੂੰ ਆਪਣੀ ਇਸ ਜ਼ੁਬਾਨ ਨਾਲ ਪਿਆਰ ਵੀ ਬਹੁਤ ਹੈ, ਸੋਹਣੀ ਵੀ ਬਹੁਤ ਹੈ। ਲੇਕਿਨ ਇਹ ਕਹਾਂ ਕਿ ਇਹ ਮਿੱਠੀ ਜ਼ਬਾਨ ਹੈ ਜਾਂ ਇਹ ਨਹੀਂ ਹੈ ਮਿੱਠੀ ਜ਼ਬਾਨ, ਜਾਂ ਫਲਾਨੀ ਜ਼ਬਾਨ ਜ਼ਿਆਦਾ ਮਿੱਠੀ ਹੈ, ਮੈਨੂੰ ਇਹਦੀ ਕਦੀ ਸਮਝ ਨਹੀਂ ਆਈ। ਹਰ ਜ਼ੁਬਾਨ ਬੋਲਣ ਵਾਲੇ ਦਾ ਅੰਦਾਜ਼ ਹੈ। ਹੁਣ ਤੁਸੀਂ ਬੋਲਦੇ ਹੋ, ਬੜਾ ਸੋਹਣੇ ਅੰਦਾਜ਼ 'ਚ ਬੋਲ ਰਹੇ ਹੋ ਪੰਜਾਬੀ, ਮੈਂ ਬੋਲ ਰਹੀ ਹਾਂ। ਮੈਂ ਕਿਤੇ ਅੱਜ ਤੁਸੀਂ ਮੈਨੂੰ ਅੱਜ ਤਾਂ ਨਹੀਂ ਗੱਲ ਕੀਤੀ, ਹਾਂ ਵੀ ਸੁਣਾ ਕੁੜੀਏ ਕੀ ਹਾਲ ਹੈ ਤੇਰਾ, ਸਟਾਈਲ ਹੈ। ਅਗਰ ਆਰਾਮ ਨਾਲ ਗੱਲ ਕਰ ਲੋਗੇ, ਤੁਸੀਂ ਉਨੇ ਪਿਆਰ ਨਾਲ ਪੁੱਛ ਰਹੇ ਹੋ ਮੇਰੇ ਕੋਲੋਂ, ਬੜੇ ਮਤਲਬ ਸ਼ਾਇਸਤਾ ਅੰਦਾਜ਼ ਪੁੱਛ ਰਹੇ ਹੋ ਕਿ ਵੀ ਮੈਡਮ ਤੁਸੀਂ ਮਤਲਬ ਤਸ਼ਰੀਫ ਲਿਆਏ, ਬੜੀ ਮਿਹਰਬਾਨੀ, ਕਿੰਨਾ ਮਿੱਠਾ ਲਹਿਜਾ, ਆਪੇ ਮਿੱਠਾ ਹੈ। ਇਹਦਾ ਮਤਲਬ ਜਿਹੜੀ ਮਿਠਾਸ ਹੁੰਦੀ ਹੈ ਇਹ ਅੰਦਰ ਦੀ ਹੈ, ਇਹ ਸਾਡੀ ਆਪਣੀ ਹੁੰਦੀ ਹੈ। ਮਤਲਬ ਸਰਾਇਕੀ ਜ਼ੁਬਾਨ, ਚਲੋ ਦੇਖੋ ਤੁਹਾਨੂੰ ਛੋਟੀ ਜਿਹੀ ਮਿਸਾਲ ਦਵਾਂ। ਸਰਾਇਕੀ ਦੇ ਬਾਰੇ ਚ ਕਹਿੰਦੇ ਨੇ ਕਿ ਬਹੁਤ ਮਿੱਠੀ ਜ਼ੁਬਾਨ ਹੈ। ਮੈਂ ਉੱਥੇ ਹੀ ਰਹੀ ਹਾਂ, ਮਤਲਬ ਮੇਰਾ ਬਚਪਨ ਸਾਰਾ ਸਰਾਇਕਿਸਤਾਨ ਚ ਗੁਜ਼ਰਿਆ ਤੇ ਜਿਹਨੂੰ ਰਿਆਸਤ ਵੀ ਕਹਿੰਦੇ ਨੇ, ਉਹ ਭਾਵਲਪੁਰ ਤੋਂ ਅੱਗੇ। ਫਿਰ ਮੈਂ ਵੱਡੇ ਹੋਏ ਅਸੀਂ ਮੀਆਂ ਚੰਨੂ ਆ ਗਏ। ਮੀਆਂ ਚੰਨੂ ਖਾਲਿਸ ਪੰਜਾਬੀਆਂ ਦਾ ਇਲਾਕਾ ਹੈ, ਬਲਕਿ ਉੱਥੇ ਜਿਨ੍ਹਾਂ ਨੂੰ ਅਸੀਂ ਜੰਗਲੀ ਵੀ ਕਹਿੰਦੇ ਆ, ਮਤਲਬ ਉੱਥੇ ਜੰਗਵੀ ਲਹਿਜਾ ਵੀ ਬੋਲਿਆ ਜਾਂਦਾ ਹੈ, ਜਾਂ ਪਤਾ ਨਹੀਂ ਨੁਕੀ ਲਹਿਜਾ ਕਹਾਂਗੇ, ਲੇਕਿਨ ਹਾਂ ਥੋੜਾ ਜਿਹਾ ਹੋਰ ਤਰ੍ਹਾਂ ਦਾ ਹੈ, ਸਰਾਇਕੀ ਤੇ ਪੰਜਾਬੀ ਮਿਕਸ ਹੈ। ਫਿਰ ਮੈਂ ਮੁਲਤਾਨ ਚਲੀ ਗਈ ਪੜ੍ਹਨ ਵਾਸਤੇ, ਉੱਥੇ ਮੁਲਤਾਨੀ ਸਰਾਇਕੀ ਬੋਲੀ ਜਾਂਦੀ ਸੀ। ਮੈਂ ਉੱਥੇ ਬੜੇ ਲੋਕ ਦੇਖੇ, ਉਹਨਾਂ ਦੇ ਜਦੋਂ ਮੂੰਹ ਖੋਲਦੇ ਸੀਗੇ ਤੇ ਉਹਨਾਂ ਕੋਲ ਇੱਕਦਮ ਇੰਝ ਨਾ ਖੌਫ ਆਉਂਦਾ ਸੀ ਕਿ ਯਾਰ ਕਿਵੇਂ ਬੋਲਦੇ ਪਏ ਨੇ, ਹੈ ਤਾਂ ਸਰਾਇਕੀ। ਤੇ ਕੁਝ ਉਵੇਂ ਉਹੀ ਗੱਲ ਕਿ ਇੰਨੀ ਸੋਹਣੇ ਅੰਦਾਜ਼ 'ਚ ਬੋਲਦੇ ਸੀਗੇ, ਸਾਈਂ ਕਹਿ ਕੇ, ਅੱਦੀ, ਅੰਮਾ, ਆਓ ਬੈਠੋ, ਤਸ਼ਰੀਫ ਰੱਖੋ, ਮਤਲਬ ਕਿਸੇ ਦਾ ਇੰਝ ਕਹਿਣਾ ਹੀ ਤੁਹਾਨੂੰ ਪਤਾ ਲੱਗ। ਫਿਰ ਉਦੋਂ ਮੈਨੂੰ ਸਮਝ ਆਈ ਕਿ ਜ਼ਬਾਨ ਮਿੱਠੀ, ਜ਼ਬਾਨ ਅਖੜ, ਲਹਿਜਾ ਏਦਾਂ, ਲਹਿਜਾ ਉਦਾਂ ਨਹੀਂ, ਉਹ ਸਾਡੇ ਤੇ ਹੀ ਮੁਨਹਸਰ ਹੈ। ਅਸੀਂ ਕਿੱਦਾਂ ਬੋਲਾਂਗੇ, ਅਸੀਂ ਵੱਟੇ ਮਾਰਾਂਗੇ ਜ਼ਬਾਨ ਦੇ ਵਿੱਚ, ਮਤਲਬ ਲਫ਼ਜ਼ਾਂ ਦੇ ਵਿੱਚ, ਤਾਂ ਵੱਟੇ ਹੀ ਵੱਜਣਗੇ ਨਾ। ਲੇਕਿਨ ਅਗਰ ਅਸੀਂ ਫੁੱਲ ਵਰਸਾਵਾਂਗੇ, ਅਗਰ ਅਸੀਂ ਜਿਹਨੂੰ ਸ਼ਰੀਨੀ ਉਰਦੂ ਚ ਕਹਿੰਦੇ ਆ ਉਹ ਪਾ ਕੇ ਥੋੜੀ ਗੱਲ ਕਰਾਂਗੇ, ਤਾਂ ਆਪੇ ਹਰ ਜ਼ੁਬਾਨ ਹੀ ਮਿੱਠੀ ਹੈ। ਸਰਾਇਕੀ ਗਾਣੇ ਸੁਣਦੇ ਆ ਤੇ ਇੰਜ ਲੱਗਦਾ ਹੈ ਕਿ ਜਿਵੇਂ ਦਿਲ ਚ ਉਤਰ ਜਾਂਦੇ ਨੇ, ਹੁੰਦੇ ਤਾਂ ਹੈ। ਤੇ ਪੰਜਾਬੀ ਵੀ ਇੰਜ ਹੀ ਹੈ। ਨੂਰਜਹਾਨ ਨੇ ਬੜਾ ਗਾਣੇ ਗਾ ਕੇ ਪੁੱਤਰ ਹਟਾਉਂਦੇ ਨਹੀਂ ਵਿਕਦੇ, ਓਏ ਹੋਏ, ਉਹ ਵੇਖੋ ਉਹਦੇ ਬਾਅਦ ਕੋਈ ਗਾਣੇ ਸਾਨੂੰ ਮਿਲਦੇ ਨੇ ਉਹ ਜਿਹੇ। ਤੇ ਇਹ ਮਿਠਾਸ ਅੰਦਰ ਦੀ ਹੈ। ਤੇ ਇਹ ਮਿਠਾਸ ਪੰਜਾਬ ਦੇ ਵਿੱਚ ਤੁਹਾਨੂੰ ਲਹਿੰਦੇ ਪੰਜਾਬ ਚ ਮਿਲੀਏ ਜਾਂ ਚੜ੍ਹਦੇ ਪੰਜਾਬ ਚ ਮਿਲੀਏ? ਲਹਿਜੇ ਵੀ ਬੜੇ ਨੇ, ਸੁਣਿਆ ਫੈਸਲਾਬਾਦੀ ਕਿੱਦਾਂ, ਕਿਵੇਂ? ਉਹ ਮੈਂ ਵੀ, ਅਸੀਂ ਵੀ ਫੈਸਲਾਬਾਦੀ ਬੋਲਦੇ ਹਾਂ ਨਾ। ਉਹ ਇਹ ਲਹਿਜੇ ਇਲਾਕਿਆਂ ਵਾਈਜ਼ ਤਬਦੀਲ ਹੋਏ ਨੇ ਜਾਂ ਇੱਕੋ ਜਿਹੇ ਨੇ, ਜਾਂ ਤੁਸੀਂ ਸਮਝਦੇ ਹੋ ਕਿ ਪੰਜਾਬੀ ਬਸ ਇੱਕੋ ਤਰ੍ਹਾਂ ਦੀ ਹਰ ਤਰ੍ਹਾਂ ਤੇ ਚੱਲਦੀ ਹੈ? ਨਹੀਂ, ਇਹ ਬਲਕਿ ਜਿਹੜੇ ਸਾਡੇ ਮਾਹਿਰੀਨ ਨੇ ਜਿਨ੍ਹਾਂ ਨੇ ਇਹਦੇ ਤੇ ਰਿਸਰਚ ਕੀਤੀ ਹੈ ਉਹ ਵੀ ਦੱਸਦੇ ਨੇ, ਤੇ ਆਪ ਵੀ ਜਿੰਨਾ ਜ਼ਿੰਦਗੀ 'ਚ ਹੁਣ ਸਫ਼ਰ ਕੀਤਾ ਹੈ, ਜਿੰਨੀ ਕੁ ਜ਼ਿੰਦਗੀ ਗੁਜ਼ਰ ਗਈ ਉਹਦੇ 'ਚ ਇਹੀ ਅੰਦਾਜ਼ਾ ਹੁੰਦਾ ਹੈ ਕਿ ਵਾਕਈ ਕੁਝ ਅਰਸੇ, ਕੁਝ ਟਰੈਵਲ ਤੋਂ ਬਾਅਦ, ਕੁਝ ਕਿਲੋਮੀਟਰਸ ਤੋਂ ਬਾਅਦ ਜਾਂ ਮੀਲਾਂ ਤੋਂ ਬਾਅਦ ਲਹਿਜਾ ਬਦਲ ਜਾਂਦਾ, ਥੋੜਾ ਜਿਹਾ ਵਿੱਚ ਲਫ਼ਜ਼ ਨਵੇਂ ਆ ਜਾਂਦੇ ਨੇ। ਤੁਸੀਂ ਦੇਖੋ ਨਾ ਕਿ ਅਗਰ ਅਸੀਂ ਚੜ੍ਹਦੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਚੜ੍ਹਦੇ ਪੰਜਾਬ ਦਾ ਲਹਿਜਾ ਹੋਰ ਤਰ੍ਹਾਂ ਦਾ ਹੈ। ਉਹਨਾਂ ਦੀ ਜ਼ੁਬਾਨ ਸਾਨੂੰ ਅਸੀਂ ਫਿਲਮਾਂ 'ਚ ਸੁਣੀ ਦੀ ਸੀ ਪਹਿਲੇ, ਹੁਣ ਤਾਂ ਖੈਰ ਸਾਡਾ ਮੁਲਾਕਾਤ ਵੀ ਬੜੇ ਲੋਕਾਂ ਨਾਲ, ਪ੍ਰੋਗਰਾਮ ਕੀਤੇ ਸੀ ਉਹਨਾਂ ਦੇ ਨਾਲ, ਹੁਣ ਤਾਂ ਮਿੱਤਰ ਨੇ ਸਾਡੇ, ਬੜੇ ਅੱਛੇ ਦੋਸਤ ਨੇ। ਈਵਨ ਕੁਝ ਤਾਂ ਐਸੇ ਨੇ ਕਿ ਜਦੋਂ ਕਿਤੇ ਮੈਂ ਕਿਤੇ ਪੰਜਾਬੀ ਦਾ ਲਫ਼ਜ਼ ਮੈਨੂੰ ਨਾ ਪਤਾ ਲੱਗ ਰਿਹਾ, ਮੈਂ ਉਹਨਾਂ ਨੂੰ ਫੋਨ ਕਰਦੀ ਹਾਂ ਕਿ ਭਾਈ ਮੈਨੂੰ ਖਾਲਿਸ ਪੰਜਾਬੀ ਦਾ ਲਫ਼ਜ਼ ਨਹੀਂ ਮਿਲ ਰਿਹਾ, ਮੈਨੂੰ ਦੱਸੋ ਇਹਦਾ। ਤੇ ਮਤਲਬ ਉੱਥੋਂ ਦਾ ਲਹਿਜਾ ਡਿਫਰੈਂਟ ਹੈ, ਉੱਥੋਂ ਥੋੜਾ ਇੱਧਰ ਆਉਂਦੇ ਆ ਫਿਰੋਜ਼ਪੁਰ, ਮਤਲਬ ਚਲੋ ਫਿਰੋਜ਼ਪੁਰ ਵਾਲੇ ਪਾਸਿਓਂ ਆ ਜਾਓ ਨਾ, ਫਿਰੋਜ਼ਪੁਰ ਵਾਲੇ ਪਾਸਿਓਂ ਆਉਂਦੇ ਆ, ਉੱਥੇ ਫਿਰੋਜ਼ਪੁਰ ਦਾ ਲਹਿਜਾ ਥੋੜਾ ਜਿਹਾ ਹੋਰ ਤਰ੍ਹਾਂ ਹੈ। ਅੱਗੇ ਕਸੂਰ ਆ ਜਾਂਦਾ ਹੈ, ਕਸੂਰ ਤੋਂ ਥੋੜਾ ਜਿਹਾ ਅੱਗੇ ਟੱਪਦੇ ਤੇ ਲਾਹੌਰ ਆ ਜਾਂਦਾ ਹੈ, ਲਾਹੌਰ ਦਾ ਲਹਿਜਾ ਹੋਰ ਹੈ। ਮਤਲਬ ਲਫ਼ਜ਼ਾਂ ਦੀ ਮਤਲਬ ਪ੍ਰੋਨਾਂਸੀਏਸ਼ਨ ਡਿਫਰੈਂਟ ਹੋ ਜਾਂਦੀ ਹੈ ਨਾ। ਜਿੱਥੇ ਅਸੀਂ ਕਹਿੰਦੇ ਮੈਂ ਕੰਮ ਕਰ ਲਿਆ, ਲਾਹੌਰੀ ਕਹੇਗਾ ਮੈਂ ਕੰਮ ਕਰ ਲਿੱਤਾ। ਅੱਛਾ, ਕਹਿੰਦੇ ਨੇ ਪੰਜਾਬੀ ਦੀਆਂ ਗਾਲਾਂ ਬੜੀਆਂ ਮਸ਼ਹੂਰ ਨੇ, ਪੰਜਾਬੀ ਦੀਆਂ ਗਾਲਾਂ ਐਡੀਆਂ ਮਸ਼ਹੂਰ ਨੇ ਕਿ ਉਰਦੂ ਚ ਉਹਦੀਆਂ ਗਾਲਾਂ ਨਹੀਂ ਬੋਲੀਆਂ ਜਾਂਦੀਆਂ, ਨਾ ਇੰਗਲਿਸ਼ ਚ ਬੋਲੀਆਂ ਜਾਂਦੀਆਂ ਨੇ, ਨਾ ਸਰਾਇਕੀ ਚ ਬੋਲੀਆਂ ਜਾਂਦੀਆਂ ਨੇ। ਇਹ ਗੱਲ ਠੀਕ ਹੈ? ਗੱਲ ਇਹ ਕਿ ਪੰਜਾਬੀ ਸਮਝਣ ਵਾਲੇ ਲੋਕ ਪੰਜਾਬੀ ਦੀਆਂ ਜੁਗਤਾਂ ਇਹੋ ਜਿਹੀਆਂ ਨੇ, ਫੈਸਲਾਬਾਦ ਦੀਆਂ, ਤੇ ਇਹ ਕਿਸੇ ਹੋਰ ਜ਼ਮਾਨ ਦੇ ਵਿੱਚ ਜੁਗਤ ਨਹੀਂ ਜਿੰਨੀ ਪੰਜਾਬੀ ਮਾਰਦੇ ਨੇ, ਜਿੰਨੇ ਪੰਜਾਬੀ। ਮਜ਼ਾ ਹੈ ਨਾ, ਇਹ ਕਿਉਂ ਮਜ਼ਾ ਹੈ ਨਾ? ਦੇਖੋ ਕਿ ਇਹਨਾਂ ਦੇ ਵਿੱਚ ਹਿੱਸੇ ਮਜ਼ਾ ਹੈ, ਅਸੀਂ ਆਰਟਿਸਟ ਲੋਕ ਹਾਂ। ਦੇਖੋ ਅਸੀਂ ਆਰਟਿਸਟ ਲੋਕ ਹਾਂ, ਸਾਡੇ ਤੇ ਜਿੰਨੇ ਮਰਜ਼ੀ ਮੁਸੀਬਤ ਆਈ ਹੋਵੇ, ਆਰਟਿਸਟ ਲੋਕ ਨੇ। ਤੁਸੀਂ ਦੇਖੋ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਵੇਖ ਲਓ, ਅਸੀਂ ਫੈਸਲਾਬਾਦ ਦੀ ਗੱਲ ਕਰੀਏ ਤੇ ਤੁਸੀਂ ਉੱਥੋਂ ਵੇਖ ਲਓ, ਹੋਰ ਥੋੜਾ ਬੰਦਾ, ਬਲਕਿ ਜੁਗਤ ਮਸ਼ਹੂਰ ਹੀ ਫੈਸਲਾਬਾਦ ਦੀ ਹੈ। ਅਸੀਂ ਤੁਸੀਂ ਆਸ-ਪਾਸ ਵਾਲੇ ਤਾਂ ਐਵੇਂ ਉਹਨਾਂ ਦੇ ਸਾਹਮਣੇ ਫਿੱਕੇ ਪੈ ਜਾਂਦੇ ਆ, ਕੋਈ ਫਜ਼ੂਲ ਗੱਲ ਕਰਦੀ ਹੈ ਨਾ ਤੇ ਜੁਗਤ ਵਰਗੀ ਨਾ ਹੋਵੇ, ਅਗਲੇ ਕਹਿੰਦੇ ਉਹ ਠੰਡੀਆਂ ਜੁਗਤਾਂ ਨਾ ਕਰਾ, ਮਜ਼ਾ ਨਾ ਕਰ। ਇਹ ਵੀ ਜ਼ਹਾਨਤ ਹੈ ਨਾ, ਵਿਟ ਅੱਛੀ ਹੋਣਾ।
ਅੱਛਾ ਤੇ ਜਦੋਂ ਵਿਟ ਅੱਛੀ ਹੈ ਉਦੋਂ ਜਿੰਨੀ ਜ਼ਹਾਨਤ ਅੱਛੀ ਹੈ ਉਹੀ ਅੱਛੀ ਜੁਗਤ ਕਰਾ ਸਕਦਾ ਹੈ। ਹਾਂ। ਮੈਂ ਨਹੀਂ ਕਰਾ ਸਕਦੀ, ਹਾਂ। ਮਤਲਬ ਤੁਸੀਂ ਹਰ ਕੋਈ ਨਹੀਂ ਕਰਾ ਸਕਦਾ। ਹਾਂ। ਜਿਹੜਾ ਕਰਾਏਗਾ ਉਹ ਜ਼ਹੀਨ ਜ਼ਰੂਰ ਹੋਏਗਾ, ਆਰਟਿਸਟ ਹੋਏਗਾ, ਤੇ ਉਹਦਾ ਬਾਰੀਕ ਜਿਹਨੂੰ ਕਹਿੰਦੇ ਆ ਨਾ, ਉਹਦੀ ਸਮਝ ਸੋਚ, ਉਹਦਾ ਮਿਜ਼ਾਜ ਬਾਰੀਕ ਹੈ, ਉਹ ਚੀਜ਼ਾਂ ਨੂੰ ਨਾ ਕੀਨਲੀ ਦੇਖਦਾ ਕਿਤੇ। ਇੱਕ ਤਰਫ ਜੁਗਤਾਂ ਤੇ ਦੂਜੀ ਤਰਫ ਹੀਰ ਰਾਂਝਾ ਤੇ ਸੱਸੀ ਪੁੰਨੂ ਤੇ ਮਿਰਜ਼ਾ ਸਾਹਿਬਾਂ, ਤੇ ਮੈਨੂੰ ਕੋਈ ਸਮਝ ਨਹੀਂ ਲੱਗਦੀ ਇਹ ਚੱਕਰ ਕੀ ਹੈ। ਆਰਟਿਸਟ ਲੋਕ ਅਸੀਂ ਕਿਸੇ ਪਾਸੇ ਤਾਂ ਆਪਣਾ ਆਰਟ ਕੱਢਣਾ ਹੈ। ਦੇਖੋ ਜਿਵੇਂ ਜਿਵੇਂ ਅਸੀਂ ਚਾਹੁੰਦੇ ਹਾਂ ਨਾ, ਪਿੱਛੇ ਪੁਰਾਣੇ ਜ਼ਮਾਨਿਆਂ 'ਚ ਅਸੀਂ ਹੀਰ ਵਾਰਿਸ ਸ਼ਾਹ ਦੀ ਗੱਲ ਕਰ ਲਈਏ, ਉਸ ਵਕਤ ਆਰਟ ਦਾ ਇਜ਼ਹਾਰ ਕਰਨ ਲਈ ਸ਼ਾਇਰੀ ਸੀ ਇਹਨਾਂ ਦੇ ਕੋਲ। ਉਹਨਾਂ ਨੇ ਸ਼ਾਇਰੀ 'ਚ ਆਪਣਾ ਮਤਲਬ ਕਿੱਸਾ ਸੁਣਾਉਣਾ ਸੀ। ਬਾਬਾ ਬੁੱਲੇ ਸ਼ਾਹ ਨੂੰ ਅਸੀਂ ਨਹੀਂ ਛੱਡਾਂਗੇ, ਜਿਹੜਾ ਕਲਾਮ ਬਾਬਾ ਬੁੱਲੇ ਸ਼ਾਹ ਨੇ, ਬੁੱਲੇ ਸ਼ਾਹ ਮੈਂ ਕੀ ਜਾਣਾ ਹੋ ਬਈ, ਮੈਂ ਕਹਿੰਦੀ ਆ ਜਿਹੜਾ ਬੁੱਲੇ ਸ਼ਾਹ, ਲੋਕੀ ਇਹਦੇ ਤੋਂ ਇਖਤਲਾਫ ਵੀ ਕਰ ਸਕਦੇ ਨੇ, ਉਹ ਬਹੁਤ ਵੱਡੇ ਸੂਫੀ ਸੀ। ਬੁੱਲਾ ਮੈਂ ਕੀ ਜਾਣਾ ਕੌਣ, ਇਹ ਉਰਦੂ ਹੈ, ਇੰਗਲਿਸ਼ ਹੈ, ਪੰਜਾਬੀ ਹੈ। ਮੈਂ ਕਹਿੰਦੀ ਆ ਸੈਕੂਲਰ ਸਭ ਤੋਂ ਪਹਿਲਾਂ ਸਾਨੂੰ ਉੱਥੇ ਮਿਲਦਾ ਹੀ ਬੁੱਲੇ ਸ਼ਾਹ। ਤੁਹਾਨੂੰ ਅਸੀਂ ਕਹਿੰਦੇ, ਅਸੀਂ ਤਾਂ ਇਹਦੇ ਖਿਲਾਫ ਗੱਲ ਕਰੀਦੀ ਆ ਨਾ, ਅਸੀਂ ਕਹਿੰਦੇ ਨਹੀਂ ਜੀ ਉਹ ਤਾਂ ਸੂਫੀ ਸੀ। ਸੂਫੀ ਹੁੰਦਾ ਕੌਣ ਹੈ? ਸੂਫੀ ਤਾਂ ਹਰ ਕਿਸੇ ਨੂੰ ਬਰਾਬਰ ਦੇਖਦਾ ਹੈ। ਸੂਫੀ ਲਈ ਤਾਂ ਜਿਹੜਾ ਹੈ ਉਹ ਸਿੱਖ ਵੀ ਬਰਾਬਰ ਦਾ ਹੈ, ਉਹਦੇ ਲਈ ਹਿੰਦੂ ਵੀ ਬਰਾਬਰ ਦਾ ਹੈ, ਉਹਦੇ ਲਈ ਜਿਹੜਾ ਇੱਥੇ ਸਾਡੇ ਗੱਟਰ ਸਾਹਿਬ ਕਰਕੇ ਗਿਆ ਉਹ ਵੀ ਉਹਦੇ ਲਈ ਬਰਾਬਰ ਦਾ, ਉਹਦੇ ਲਈ ਉਹ ਜ਼ਰਦਾਰੀ ਆ ਕੇ ਬਹਿ ਜਾਏਗਾ। ਸੂਫੀ ਲਈ ਤਾਂ ਸੂਫੀ ਤੇ ਰੱਬ ਦਾ ਰੰਗ ਹੈ ਨਾ, ਉਹ ਸ਼ੀਸ਼ਾ ਹੈ, ਉਹ ਆਇਨਾ ਹੈ, ਜਿਹੜਾ ਉਹਦੇ ਵਿੱਚ ਦੇਖੇਗਾ ਉਹਨੂੰ ਆਪਣਾ ਹੀ ਨਜ਼ਰ ਆਏਗਾ। ਸਾਨੂੰ ਸੂਫੀਆਂ ਦੀ ਗੱਲ ਛੇੜ ਲਈ ਨਾ, ਤੁਸੀਂ ਦੇਖੋ ਸੂਫੀ ਅਸਲ ਵਿੱਚ ਸੈਕੂਲਰ ਨੇ ਸਾਡੇ ਸਾਰੇ। ਅੱਛਾ, ਉਹ ਸਾਨੂੰ ਮਜ਼ਹਬ ਦੇ ਨਾਮ ਤੇ ਬਲੈਕਮੇਲ ਨਹੀਂ ਕਰਦੇ। ਬਾਬਾ ਗੁਰੂ ਨਾਨਕ ਦੀ ਗੱਲ ਦੇਖ ਲਓ, ਉਹ ਵੀ, ਤੇ ਬਾਬਾ ਬੁੱਲੇ ਸ਼ਾਹ ਦੇਖ ਲਓ, ਬਾਬਾ ਫਰੀਦ ਦੇਖ ਲਓ, ਪੰਜਾਬੀ ਕਲਾਮ ਨੇ, ਪੰਜਾਬੀ ਲੋਕ ਨੇ, ਸਾਦਾ ਪਿਆਰ ਕਰਨ ਵਾਲੇ। ਕਿਤੇ ਕੋਈ ਦਰਜਾ ਨਹੀਂ ਮਿਲਦਾ, ਕਿਤੇ ਨਹੀਂ ਮਿਲਦਾ ਮੁਸਲਮਾਨ ਹੈਗਾ ਤੇ ਮੇਰੇ ਕੋਲ ਰੋਟੀ ਖਾ ਸਕਦਾ ਬਹਿ ਕੇ, ਜੇ ਨਹੀਂ ਹੈ ਤਾਂ ਨਹੀਂ। ਕਿਤੇ ਵੇਖਿਆ ਤੁਸੀਂ ਇਹਨਾਂ ਦਾ ਸਾਨੂੰ ਦੱਸਿਆ ਕਿ ਭਾਈ ਦੀਨ ਧਰਮ ਹਰ ਚੀਜ਼ ਤੋਂ ਉੱਪਰ ਹੋ ਕੇ ਇਨਸਾਨੀਅਤ ਦੀ ਗੱਲ ਕਰੋ। ਇਹੀ ਸਾਨੂੰ ਪੰਜਾਬੀ ਸ਼ਾਇਰੀ 'ਚ ਵੀ ਮਿਲਦਾ ਹੈ। ਅੱਛਾ, ਹੁਣ ਫਿਰ ਉਹੀ ਗੱਲ ਆ ਗਈ, ਆਰਟ ਹੈ, ਉਹ ਫਨਕਾਰ ਜਿਹੜਾ ਅੱਲਾ ਨੇ ਫਨ ਦਿੱਤਾ ਹੋਇਆ ਸੀ ਨਾ ਗੱਲ ਕਰਨ ਦਾ। ਤੁਸੀਂ ਦੇਖੋ ਕਿ ਐਸਾ ਕੋਈ ਤਗੜਾ ਫਨ ਹੈ, ਮਤਲਬ ਅਸੀਂ ਤਾਂ ਸਿਰਫ ਉਹਨਾਂ ਦੀ ਸ਼ਾਇਰੀ ਪੜ੍ਹ ਰਹੇ ਹਾਂ। ਅਗਰ ਅਸੀਂ ਉਹਨਾਂ ਦੇ ਨਾਲ ਕਦੀ ਰਹੇ ਹੁੰਦੇ, ਸਾਨੂੰ ਕਦੀ ਖੁਦਾ ਨੇ ਮੌਕਾ ਦਿੱਤਾ ਹੁੰਦਾ, ਤੇ ਹੋ ਸਕਦਾ ਉਹਨਾਂ ਵਰਗਾ ਮਜ਼ਾਹ ਨਿਗਾਰ ਵੀ ਕੋਈ ਨਾ ਹੁੰਦਾ ਤੇ ਮਜ਼ਾਹੀਆ ਵੀ ਕੋਈ ਨਾ ਹੁੰਦਾ। ਜ਼ਹੀਨ, ਫਿਰ ਉਹੀ ਗੱਲ, ਜ਼ਹੀਨ ਆਦਮੀ ਨਾ ਬਾਰੀਕ ਗੱਲ ਕਰਦਾ। ਮਾਹੌਲ ਦਾ ਵੀ ਤੇ ਅਸਰ ਪੈਂਦਾ, ਮਾਹੌਲ ਦਾ ਵੀ ਅਸਰ ਪੈਂਦਾ। ਹੁਣ ਸਾਡਾ ਮਾਹੌਲ ਜਿਹੜਾ ਡਰਾਮੇ ਸ਼ੁਰੂ ਹੋ ਗਏ ਤੇ ਡਰਾਮਿਆਂ 'ਚ ਜੁਗਤਾਂ ਤੇ ਪੰਜਾਬੀ ਬਦਨਾਮ ਹੋ ਗਈ ਜਰਾ, ਲੇਕਿਨ ਪਹਿਲੇ ਦੌਰ ਤੇ ਚਲੇ ਜਾਓ ਜਰਾ, ਜਿਹੜਾ ਨੰਗਿਆ ਉਹ ਤੇ ਵੇਖੋ ਕਿ ਮਿਠਾਸ ਸੀ, ਪਿਆਰ ਸੀ, ਪੰਜਾਬੀ ਗੱਲਾਂ ਸਨ, ਪੰਜਾਬੀ ਰੰਗ ਸੀ, ਪੰਜਾਬੀ। ਅੱਛਾ, ਇਹ ਜਿਹੜਾ ਪੰਜਾਬ ਹੈ, ਇਹਦੀ ਜਿਹੜੀ ਸ਼ੁਰੂਆਤ ਇਹ ਕਿਸੇ ਖਾਸ ਬੰਦੇ ਨੇ ਕੀਤੀ ਹੈ ਜਾਂ ਆਪੇ ਜਨਮ ਲੈ ਲਿਆ ਨੇ, ਪੰਜਾਬੀ ਜ਼ੁਬਾਨ ਨੇ ਜਾਂ ਪੰਜਾਬੀ ਰੰਗ ਨੇ? ਇਹਦਾ ਕੋਈ ਖਾਸ, ਹਰ ਚੀਜ਼ ਦਾ ਆਗਾਜ਼ ਤੇ ਹੁੰਦਾ ਨਾ, ਜਿਵੇਂ ਉਰਦੂ ਦੀ ਆਗਾਜ਼ ਜਿਹੜਾ ਹੈ ਉਹ ਤੁਰਕੀ, ਪੰਜਾਬੀ, ਉਰਦੂ ਸਾਰੀਆਂ ਜ਼ੁਬਾਨਾਂ ਦੇ ਮਿਕਸ ਦੇ ਨਾਲ ਉਰਦੂ ਬਣੀ ਸੀ। ਬਿਲਕੁਲ, ਲੇਕਿਨ ਪੰਜਾਬੀ ਕਿਵੇਂ ਬਣੀ? ਦੇਖੋ, ਜਦੋਂ ਅਸੀਂ ਕਹਿੰਦੇ ਨਾ ਪੰਜਾਬੀ ਕਿਵੇਂ ਬਣੀ, ਇਹ ਇੰਨੀ ਪੁਰਾਣੀ ਜ਼ਬਾਨ ਹੈ ਕਿ ਅਸੀਂ ਇਹਦੇ ਬਾਰੇ ਚ ਨਾ, ਇਵਨ ਉਰਦੂ ਦੇ ਬਾਰੇ ਚ ਵੀ ਤੁਸੀਂ ਐਗਜ਼ੈਕਟ ਨਹੀਂ ਕਹਿ ਸਕਦੇ ਕਿ ਫਲਾਨੀ ਜ਼ਬਾਨ ਦੇ ਮਿਕਸਚਰ ਨਾਲ ਬਣੀ ਹੈ। ਇਹਦੇ ਤੇ ਵੀ ਤੁਹਾਨੂੰ ਨਾ ਕੋਈ 100 ਨਜ਼ਰੀਆਤ ਮਿਲ ਜਾਂਦੇ ਨੇ। ਤੁਸੀਂ ਪੰਜਾਬੀ ਦੀ ਗੱਲ ਵੀ ਕਰਦੇ ਆ ਨਾ, ਇਵਨ ਇੰਗਲਿਸ਼ ਦੀ ਵੀ ਗੱਲ ਕਰਦੇ ਆ, ਇਹਦੇ ਪਿੱਛੇ ਬੜਾ ਇੱਕ ਨਾ ਪੂਰਾ ਇੱਕ ਜ਼ਮਾਨਾ ਗੁਜ਼ਰਿਆ ਹੁੰਦਾ ਹੈ, ਕਈ ਹਜ਼ਾਰ ਸਾਲ ਪਿੱਛੇ ਦੀਆਂ ਗੱਲਾਂ ਨੇ। ਪੰਜਾਬੀ ਅੱਜ ਦੀ ਤਾਂ ਗੱਲ ਹੀ ਨਹੀਂ, ਅਸੀਂ ਤਾਂ ਲਿਖ ਹੀ ਨਹੀਂ ਸਕਦੇ ਕਿ ਸਭ ਤੋਂ ਪਹਿਲੇ ਪੰਜਾਬੀ ਕਿਹਨੇ ਲਿਖੀ, ਕਿਹਨੇ ਬੋਲੀ। ਇਹ ਪਤਾ ਨਹੀਂ ਕਿਦੋਂ ਦਾ, ਕਿਹੜੇ ਇਸ਼ਾਰਿਆਂ ਦੀ ਜ਼ੁਬਾਨ ਤਾਂ ਬੇਸਿਕਲੀ ਲਾਮਤੀ ਨਿਜ਼ਾਮ ਹੈ ਨਾ, ਅਸੀਂ ਕੁਝ ਇਸ਼ਾਰੇ ਮਖਸੂਸ ਕਰ ਲਈਦੇ ਨੇ। ਇੱਕ ਗਰੁੱਪ ਹੈ ਕੋਈ ਇੱਕ ਇਲਾਕੇ ਦਾ, ਉਹਨਾਂ ਨੇ ਗੱਲ ਕਨਵੇ ਕਰਨ ਵਾਸਤੇ, ਮਤਲਬ ਹੁਣ ਛੋਟਾ ਜਿਹਾ ਤੇ ਉਸਤਾਨੀ ਬਣ ਗਈ ਹੁਣ ਮੈਂ ਥੋੜੀ, ਅਸੀਂ ਇੱਕ ਕਿਸੇ ਨੂੰ ਸਮਝੋ ਕਿ ਤੁਹਾਨੂੰ ਮੈਨੂੰ ਲਿਖਣਾ ਨਹੀਂ ਆਉਂਦਾ, ਸਾਨੂੰ ਅਸੀਂ ਬਿਲਕੁਲ ਨਾ ਬਲਦਾ ਅਸੀਂ ਲਿਖਾਂ ਤੋਂ, ਅਸੀਂ ਸਿਰਫ ਗੱਲ ਦਾ ਇਸ਼ਾਰੇ ਨਾਲ ਗੱਲ ਕਰਦੇ ਹਾਂ। ਹੁਣ ਸਾਡੇ ਕੋਲ ਇੱਕ ਕਬੀਲਾ ਹੈ, ਬੱਚੇ ਵੀ ਨੇ, ਆਸ-ਪਾਸ ਲੋਕ ਵੀ ਨੇ, ਹੁਣ ਅਸੀਂ ਕੋਈ ਇਸ਼ਾਰੇ ਮਖਸੂਸ ਤਾਂ ਕਰਾਂਗੇ ਨਾ ਕਿ ਪਤਾ ਲੱਗੇ ਕਿ ਇਹਦਾ ਕੀ ਮਤਲਬ ਹੈ। ਗੱਲ ਐਵੇਂ ਸ਼ੁਰੂ ਹੁੰਦੀ ਜ਼ੁਬਾਨ ਦੀ ਨਾ, ਉਹਨਾਂ ਨੇ ਇਸ਼ਾਰੇ ਜਿਵੇਂ ਪਾਣੀ ਆ, ਤੇ ਅਸੀਂ ਪੰਜਾਬੀ ਚ ਪਾਣੀ ਦੀ ਆਵਾਜ਼ ਨੂੰ ਜ਼ਰਾ ਗੌਰ ਕਰੋ, ਜਦੋਂ ਪਾਣੀ ਡਿੱਗਦਾ ਜਾਂ ਚੱਲਦਾ ਹੈ ਟਿਪ ਟਿਪ, ਕਿਤੇ ਨਾ ਸਾਡੀ ਸਮਾਜ ਦੇ ਵਿੱਚ ਕੋਈ ਇਹੋ ਜਿਹਾ ਇੱਕ ਸੁਰ ਬਣਦਾ ਹੈ, ਪਾਣੀ ਪਾਣੀ, ਇੰਝ ਸਮਝੋ ਕਿ ਪਾਣੀ, ਉਹ ਜਿਹੜੇ ਆਏ ਨਾ ਪਾ, ਇੰਝ ਕਰਕੇ ਜਾਓ ਤੁਸੀਂ ਥੋੜਾ ਜਿਹਾ, ਪਤਾ ਲੱਗਦਾ ਪਾਣੀ ਵਹਿ ਰਿਹਾ, ਉੱਥੋਂ ਉਹਨਾਂ ਨੇ ਉਹਨੂੰ ਲਫ਼ਜ਼ ਬਣਾ ਲਿਆ। ਅੱਛਾ, ਫਿਰ ਅਸੀਂ ਕਹੀਦਾ ਅੰਮਾ, ਅੰਮਾ ਕਿੱਥੋਂ ਆਉਂਦਾ ਲਫ਼ਜ਼? ਬੱਚਾ ਕੋਈ ਵੀ ਹੈ, ਦੁਨੀਆ ਦਾ ਕੋਈ ਵੀ ਬੱਚਾ ਹੈ, ਪੈਦਾ ਹੁੰਦਾ ਹੈ, ਸਭ ਤੋਂ ਪਹਿਲੇ ਜਿਹੜਾ ਹੋਂਠ ਜੋੜ ਕੇ ਆਵਾਜ਼ਾਂ ਕੱਢਦਾ ਉਹ ਚ ਮੰਮਾ, ਅੰਮਾ, ਪਪਾ, ਅਸੀਂ ਉੱਥੋਂ ਬਣਾ ਲਿਆ ਕਿ ਇਹ ਅੰਮਾ ਹੈ, ਇਹ ਪਾਪਾ ਹੈ, ਜਾਂ ਅੱਬਾ, ਮਤਲਬ ਜੋ ਵੀ ਹੈ। ਦੁਨੀਆ ਦੀ ਹਰ ਜ਼ੁਬਾਨ ਦੀ ਡਿਕਸ਼ਨਰੀ ਤੇ ਤੁਸੀਂ ਪਿੱਛੇ ਜਦੋਂ ਜਾਂਦੇ ਪਤਾ ਲੱਗਦਾ ਕਿ ਅੱਛਾ ਬਹੁਤ ਸਾਰੀਆਂ ਜ਼ੁਬਾਨਾਂ ਤਾਂ ਉਹਨਾਂ ਦਾ ਮਰਕਜ਼ ਇੱਕ ਹੀ ਸੀ,
ਕਿਤੇ ਇੱਕ ਹੀ ਜਗ੍ਹਾ ਤੋਂ ਨਿਕਲ ਫੁੱਟੀਆਂ ਸੀ। ਮਤਲਬ ਇਹ ਬਹੁਤ ਲੰਬੀ ਗੱਲ ਹੈ। ਇਸੇ ਤਰ੍ਹਾਂ ਪੰਜਾਬੀ ਵੀ ਬਹੁਤ ਪੁਰਾਣੀ ਗੱਲ ਹੈ। ਲੇਕਿਨ ਹਾਂ ਪਹਿਲੇ ਅਸੀਂ ਹੁਣ ਕਹਿੰਦੇ ਪੰਜਾਬ, ਉਦੋਂ ਇਹਦਾ ਪੰਜਾਬ ਨਹੀਂ ਸੀ, ਇਹਨੂੰ ਸਬ ਸਿੰਧੂ ਕਿਹਾ ਜਾਂਦਾ ਸੀ। ਉਸ ਤੋਂ ਪਹਿਲੇ ਪਤਾ ਨਹੀਂ ਕੀ ਨਾਮ ਰਿਹਾ ਹੋਏਗਾ। ਜਦੋਂ ਅਸੀਂ ਪੂਰੀਆ ਮਤਲਬ ਰਾਜਾ ਪੋਰਸ ਦੇ ਜ਼ਮਾਨੇ ਤੱਕ ਦੀਆਂ ਗੱਲਾਂ ਵੀ ਕਰਦੇ ਹਾਂ, ਉਸ ਤੋਂ ਪਿੱਛੇ ਚਲੇ ਜਾਓ ਜਿਹੜੇ ਹਿੰਦੂ, ਹੋਰ ਰਾਜਾ ਪੋਰਸ ਵੀ ਹਿੰਦੂ ਸੀ। ਉਸ ਤੋਂ ਇਲਾਵਾ ਵੀ ਜਿਹੜਾ ਸਾਨੂੰ ਆਰੀਆ ਦੀਆਂ ਕਿਤਾਬਾਂ ਦੇ ਵਿੱਚ ਮਿਲਦਾ, ਜਿਹੜਾ ਸਾਨੂੰ ਹਿੰਦੂਆਂ ਦੀ ਕਿਤਾਬਾਂ ਦੇ ਵਿੱਚ ਜ਼ਿਕਰ ਮਿਲਦਾ ਨਾ ਸਾਰੇ ਇਲਾਕਿਆਂ ਦਾ, ਇੰਨਾ ਕੋਈ ਡਿਫਰੈਂਸ ਹੈ, ਇੰਨਾ ਕੋਈ ਮਜ਼ੇਦਾਰ ਜਿਹੀਆਂ ਗੱਲਾਂ ਨੇ। ਤੁਹਾਨੂੰ ਇੰਝ ਲੱਗਦਾ ਤੁਸੀਂ ਨਾ ਟਰੈਵਲ ਕਰਨ ਲੱਗ ਗਏ ਹੋ ਪਿੱਛੋਂ, ਕਿਤੇ ਪਿਛਲੇ ਜਨਮ ਦਾ ਤੁਸੀਂ ਨਾ ਟਰੈਵਲ ਕਰ ਲਿਆ। ਉਹ 'ਚ ਪਤਾ ਲੱਗਦਾ ਕਿ ਅੱਛਾ ਇਹਦਾ ਤਾਂ ਇਹ ਨਾਮ ਵੀ ਰਿਹਾ ਹੈ। ਤੇ ਕਿਸੇ ਜ਼ਮਾਨੇ 'ਚ ਜਦੋਂ ਕਿਤੇ ਕੋਈ ਪਹਿਲਾ ਕਬੀਲਾ ਇੱਥੇ ਆ ਕੇ ਵਸਿਆ ਹੋਏਗਾ, ਪਤਾ ਨਹੀਂ ਉਹਦਾ ਕੀ ਨਾਮ ਹੋਏਗਾ, ਉਹ ਤਾਂ ਮਿਲਦਾ ਹੀ ਨਹੀਂ ਸਾਨੂੰ। ਤੁਹਾਡੇ ਖਿਆਲ ਵਿੱਚ ਪੰਜਾਬੀ ਜ਼ਬਾਨ ਨੂੰ ਕਿਹੜੇ ਸ਼ਾਇਰ ਨੇ ਸਭ ਤੋਂ ਜ਼ਿਆਦਾ ਮੁਤਾਸਰ ਕੀਤਾ? ਮੀਆਂ ਮੁਹੰਮਦ ਬਖਸ਼ ਦਾ ਵੀ ਕਲਾਮ ਹੈ, ਵਾਰਿਸ ਸ਼ਾਹ ਵੀ ਨੇ। ਤੁਹਾਡੇ ਖਿਆਲ 'ਚ, ਤੁਹਾਡੀ ਰਿਸਰਚ ਦੇ ਮੁਤਾਬਕ ਕਿਹੜਾ ਸ਼ਾਇਰ ਹੈ ਜਿਹਨੇ ਇਹਨੂੰ ਚਾਰ ਚੰਦ ਲਾਏ? ਮੇਰੇ ਮੁਤਾਬਿਕ ਤਾਂ ਵਾਰਿਸ ਸ਼ਾਹ। ਤੁਸੀਂ ਵਾਰਿਸ ਸ਼ਾਹ ਦੀ ਜ਼ੁਬਾਨ, ਕੋਈ ਵਾਰਿਸ ਸ਼ਾਹ ਦਾ ਉਹ ਸ਼ੇਰ ਜਿਹੜਾ ਤੁਹਾਡੀ ਜਿਹੜੀ ਹੈ ਜ਼ਿੰਦਗੀ ਦਾ ਕੋਈ ਖਾਸ ਸ਼ੇਰ? ਮੈਨੂੰ ਅੱਛਾ, ਮੈਂ ਤੁਸੀਂ ਕਹੋਗੇ ਕਿਹੋ ਜਿਹੀ ਉਸਤਾਨੀ ਹੈ, ਮੈਂ ਕਿੱਸਾ ਕੋਈ ਵੀ ਕਰਦੀ ਆ, ਮੈਨੂੰ ਸ਼ੇਰ ਨਹੀਂ ਯਾਦ ਰਹਿੰਦਾ। ਪਰ ਤੁਸੀਂ ਸ਼ਾਇਰ ਵੀ, ਸ਼ਾਇਰ ਆਪਣੇ ਸ਼ੇਰ ਵੀ ਮੈਨੂੰ ਯਾਦ ਨਹੀਂ ਰਹਿੰਦਾ। ਕੁਝ ਤੇ ਸ਼ੇਰ ਯਾਦ ਹੋਣਗੇ। ਹਾਂ, ਮੈਂ ਇਸ ਲਈ ਮੋਬਾਈਲ 'ਚ ਰੱਖਦੀ ਹੁੰਦੀ, ਲਿਖ ਲੈਂਦੀ ਨਜ਼ਮਾਂ ਜ਼ਿਆਦਾ ਮੈਂ ਕਹਿੰਦੀ ਹਾਂ ਨਾ, ਕਿਆ ਕਹਿੰਦੇ ਮੇਰੇ ਮੋਬਾਈਲ 'ਚ ਪਿਆ ਹੁੰਦਾ, ਮੈਂ ਕਹਿੰਦੀ ਯਾਰ ਕਦੀ ਮਤਲਬ। ਤੇ ਫਿਰ ਅਸੀਂ ਤੁਹਾਨੂੰ ਕਹਿ ਸਕਦੇ ਹਾਂ ਕਿ ਤੁਹਾਡੀ ਆਪਣੀ ਜ਼ਿੰਦਗੀ ਇੱਕ ਬੜੀ ਸ਼ਾਇਰਾਨਾ ਹੈ ਕਿ ਜਿਹੜਾ ਤੁਹਾਨੂੰ ਕੁਝ ਯਾਦ ਹੀ ਨਹੀਂ। ਲਿਟਰਲੀ ਮੈਂ, ਮੇਰੇ ਕੋਲ ਕੋਈ ਪੁੱਛੇ ਮੈਂ ਕਹਿੰਦੀ ਯਾਰ ਮੈਨੂੰ ਕੀ ਪੁੱਛ ਰਹੇ, ਮੈਨੂੰ ਤਾਂ ਸਵੇਰ ਦਾ ਨਾਸ਼ਤਾ ਭੁੱਲ ਗਿਆ, ਮੈਂ ਸਵੇਰ ਕੀ ਕੀਤਾ ਸੀ। ਇਹ ਮੇਰਾ ਬੜਾ ਅਰਸੇ ਤੋਂ ਬਚਪਨ ਤੋਂ ਇਸ਼ੂ ਹੈ, ਮੈਨੂੰ ਭੁੱਲ ਜਾਂਦਾ ਥੋੜੀ ਦੇਰ ਪਹਿਲੇ ਵਾਲੀ ਗੱਲ ਕੀਤੀ ਹੋਈ ਕੰਮ ਨਾਲ। ਤੇ ਇਸ ਲਈ ਮੈਨੂੰ ਸ਼ੇਰ ਨਹੀਂ ਯਾਦ ਹੁੰਦੇ। ਕੋਈ ਜਿਵੇਂ ਗਾਲਿਬ ਦੇ ਸ਼ੇਰ ਬਹੁਤ ਜ਼ਿਆਦਾ ਕੋਈ ਪਸੰਦ ਆ ਗਿਆ, ਯਾਦ ਰਹਿ ਗਿਆ। ਵਾਰਿਸ ਸ਼ਾਹ ਮੈਂ ਸਾਰੀ ਪੜ੍ਹੀ ਆ ਦਾਸਤਾਨ। ਅੱਛਾ, ਹੁਣ ਰੌਲਾ ਇੱਕ ਹੋਰ ਵੀ ਹੈ ਨਾ, ਹੀਰ ਵਾਰਿਸ ਸ਼ਾਹ ਦੇ ਵਿੱਚ ਘੱਟੋ ਘੱਟ ਵੀ ਤੁਹਾਨੂੰ 2,500 ਤੋਂ 3,000 ਕਹਿੰਦੇ ਸ਼ੇਰ ਜਿਹੜੇ ਨੇ ਉਹ ਹੋਰ ਸ਼ਾਇਰਾਂ ਨੇ ਵਿੱਚ ਮਿਕਸ ਕਰ ਦਿੱਤੇ ਨੇ ਬਾਅਦ ਦੇ ਜ਼ਮਾਨੇ ਵਾਲਿਆਂ ਨੇ। ਅੱਛਾ, ਇਹਦੇ ਵਿੱਚੋਂ ਬਹੁਤ ਘੱਟ ਸਮਝ ਆਉਂਦੀ ਹੈ ਕਿ ਅੱਛਾ ਯਾਰ ਇਹ 400-500 ਸ਼ਾਇਰ ਜਿਹੜੇ ਇਹ ਸੀਗੇ ਵਾਰਿਸ ਸ਼ਾਹ ਸਾਹਿਬ। ਇਹ ਕਿੱਸਾ ਕੋਈ ਕਿਵੇਂ ਆ ਗਈ ਤੁਹਾਨੂੰ? ਯਾਰ ਇਹ ਵੀ ਨਾ ਕੋਈ ਬੜਾ ਇਤਫਾਕ ਹੋਇਆ। ਮੈਂ ਚੂੰਕਿ ਬਹੁਤ ਪਹਿਲੇ ਤੱਕ ਕੰਮ ਕਰ ਰਹੀ ਸੀਗੀ, ਲੈਕਚਰਸ਼ਿਪ ਤੋਂ ਪਹਿਲੇ ਜਿਹੜੀ ਉਸਤਾਨੀ ਹੋਈ ਸੀ ਉਸ ਤੋਂ ਪਹਿਲੇ ਮੈਂ ਰੋਹੀ ਟੀਵੀ ਹੁੰਦਾ ਸੀ ਸਰਾਇਕੀ, ਉੱਥੇ ਕੰਮ ਸ਼ੁਰੂ ਕੀਤਾ। ਉਹਦੇ ਪਹਿਲੇ ਤਾਂ ਮਾਰਨਿੰਗ ਸ਼ੋਅ ਕੀਤਾ ਉਹਨਾਂ ਦਾ, ਫਿਰ ਮੈਂ ਉਹਨਾਂ ਦਾ ਮਿਊਜ਼ਿਕ ਸ਼ੋਅ ਕਰਦੀ ਰਹੀ, ਉਹ ਹੋਸਟਿੰਗ ਹੀ ਸੀ ਸਾਰੀ। ਫਿਰ ਇਨਫੋਟੇਨਮੈਂਟ ਸ਼ੋਅ ਵੀ ਕੀਤਾ ਉੱਥੇ ਮੈਂ। ਫਿਰ ਮੈਨੂੰ ਉਦੋਂ ਹੋ ਗਿਆ ਕਿ ਨਹੀਂ ਮੈਂ ਤਾਂ ਹੁਣ ਨਾ ਨਿਊਜ਼ 'ਚ ਜਾਣਾ ਹੈ ਨਾ। ਮੈਨੂੰ ਲੱਗਾ ਕਿ ਮੇਰੇ ਅਟਾਇਰ ਨੂੰ ਜਾਂ ਮੇਰੀ ਡਿਗਨਿਟੀ ਨਹੀਂ ਹੈ ਨਾ ਇਹ 'ਚ ਕੰਮ ਕਰਨ ਦੀ, ਤੇ ਜੀ ਮੈਂ ਉੱਥੇ ਜਾਣਾ। ਉੱਥੇ ਜਦੋਂ ਗਈ ਹੈ ਨਾ ਤੇ ਉਦੋਂ ਰਿਸਰਚ ਕਰਨ ਦਾ ਉਦੋਂ ਹੀ ਸ਼ੌਕ ਚੜ ਗਿਆ ਨਾ। ਇੱਕ ਤਾਂ ਵੈਸੇ ਲਿਟਰੇਚਰ ਨਾਲ ਮਤਲਬ ਰਾਬਤਾ ਸੀ, ਮੇਰਾ ਸਟੂਡੈਂਟ ਸੀ ਮੈਂ ਲਿਟਰੇਚਰ ਦੀ। ਅੱਛਾ, ਉਦੋਂ ਦੀਆਂ ਨਾ ਮੇਰੇ ਦਿਮਾਗ ਵਿੱਚ ਗੱਲਾਂ ਹੈਗੀਆਂ ਸੀਗੀਆਂ, ਮੈਂ ਲਿਖਦੀ ਵੀ ਸੀਗੀ, ਲੇਕਿਨ ਮੈਨੂੰ ਨਾ ਰਸਤਾ ਨਹੀਂ ਸੀ ਮਿਲਦਾ। ਇਹ ਬਾਈ ਚਾਂਸ ਬੜੇ ਅਰਸੇ ਬਾਅਦ ਮੈਂ ਉਸਤਾਦ ਵੀ ਹੋ ਗਈ, ਮੈਂ ਕਿਤਾਬਾਂ ਬਹੁਤ ਪੜ੍ਹਦੀ ਰਹੀ। ਅੱਛਾ, ਉਹਨਾਂ ਤੇ ਮੈਂ ਫਿਰ ਵਲੌਗ ਵੀ ਕਰਨੇ ਸ਼ੁਰੂ ਕਰ ਦਿੱਤੇ, ਆਪਣੇ ਫੇਸਬੁੱਕ ਅਕਾਊਂਟ ਤੇ ਮੈਂ ਪਾਉਂਦੀ ਹੁੰਦੀ ਸੀ। ਅਲਹਮਦੁਲਿਲਾ ਅੱਲਾ ਨੇ ਉੱਥੇ ਵੀ ਬੜੀ ਇੱਜ਼ਤ ਦਿੱਤੀ ਕਿ ਲੋਕੀ ਕਹਿੰਦੇ ਹੁੰਦੇ ਸੀ ਵੀ ਜਿਹੜੀ ਕਿਤਾਬ ਦੇ ਬਾਰੇ ਤੁਸੀਂ ਕਹਿੰਦੇ ਹੋ ਨਾ, ਅਸੀਂ ਜਾ ਕੇ ਕਿਤਾਬ ਖਰੀਦ ਲੈਂਦੇ ਹਾਂ ਕਿ ਤੁਸੀਂ ਮੁਸਤਨਦ ਗੱਲ ਕਰਦੇ ਹੋ ਤੇ ਪੜ੍ਹ ਕੇ ਕਰਦੇ ਹੋ, ਸਿਰਫ ਇਹ ਨਹੀਂ ਕਿ ਪ੍ਰੀਫੇਸ ਪੜ੍ਹ ਕੇ ਤੇ ਦੱਸ ਦਿੱਤਾ। ਅੱਛਾ, ਪੜ੍ਹੀਆਂ ਹੋਈਆਂ ਸੀ ਚੀਜ਼ਾਂ, ਮੌਕਾ ਨਹੀਂ ਸੀ ਮਿਲਦਾ ਵੀ ਮੈਂ ਸਬਜੈਕਟ ਇਹੋ ਜਿਹਾ ਹੈ ਨਹੀਂ ਸੀ ਜਿੱਥੇ ਬੈਠ ਕੇ ਮੈਂ ਕਿਸੇ ਸੁਣਾ ਸਕਾਂ। ਕਹਾਣੀ ਸੁਣਾਉਣ ਦਾ ਸ਼ੌਕ ਤਾਂ ਆਪਾਂ ਸਾਰਿਆਂ ਨੂੰ ਹੁੰਦਾ। ਅੱਲਾ ਵੱਲੋਂ ਇਹਨਾਂ ਦਾ ਨਾ ਸੁਣੋ ਪੰਜਾਬ ਦਾ ਇਸ਼ਤਿਹਾਰ ਆਇਆ ਮੇਰੇ ਸਾਹਮਣੇ। ਇਹਨਾਂ ਨੂੰ ਐਂਕਰ, ਪੰਜਾਬੀ ਐਂਕਰ ਚਾਹੀਦੀਆਂ ਸੀ, ਪੰਜਾਬੀ ਮੇਰੀ ਸੋਹਣੀ ਹੈ, ਮੈਂ ਕਿਹਾ ਟਰਾਈ ਕਰ ਵੇਖਦੇ ਆ। ਉੱਥੇ ਮੈਂ ਅਪਲਾਈ ਕਰ ਦਿੱਤਾ। ਅੱਛਾ, ਉੱਥੇ ਕੋਈ 35-36 ਕੁੜੀਆਂ ਆਈਆਂ ਹੋਈਆਂ ਸੀ, ਬੜੀਆਂ ਯੰਗ, ਲੇਕਿਨ ਰੌਲਾ ਇੱਕ ਕਿਸੇ ਨਾਲ ਪੰਜਾਬੀ ਚੱਜਦੀ ਨਹੀਂ ਸੀ ਆਉਂਦੀ। ਉਦੋਂ ਬੈਠੀ ਅੱਛਾ ਮੈਂ ਐਜ਼ ਉਸਤਾਦ ਸੋਚ ਰਹੀ ਹੁੰਦੀ ਹਾਂ ਕਿ ਯਾਰ ਇਹਨਾਂ ਨੂੰ, ਇਹ ਸਾਡੀ ਨਸਲ ਨੂੰ ਪੰਜਾਬੀ ਨਹੀਂ ਆਉਂਦੀ ਯਾਰ, ਆਪਣੀ ਜ਼ੁਬਾਨ ਤਾਂ ਆਉਣੀ ਚਾਹੀਦੀ ਹੈ। ਠੀਕ ਹੈ, ਅੰਗਰੇਜ਼ੀ ਵੀ ਸਿੱਖੋ, ਜ਼ਮਾਨੇ ਦੀ ਜ਼ਰੂਰਤ ਹੈ। ਠੀਕ ਹੈ, ਉਰਦੂ ਵੀ ਆਉਣੀ ਚਾਹੀਦੀ ਹੈ, ਤੇ ਬਗੈਰ ਵੀ ਗੁਜ਼ਾਰਾ ਨਹੀਂ ਹੈ। ਪਰ ਮੈਂ ਦਿਲ ਨਾ ਮੇਰਾ ਟੁੱਟੀ ਜਾ ਰਿਹਾ ਹੈ ਬੈਠੇ। ਖੈਰ ਜਦ ਗਈ, ਆਡੀਸ਼ਨ ਹੋ ਗਿਆ, ਵਾਪਿਸ ਆਈ। ਮੇਰਾ ਖਿਆਲ ਸੀ ਮੇਰੇ ਕੋਲੋਂ ਕੋਈ ਵੈਸੇ ਹੋਸਟਿੰਗ ਕਰਾਉਣਗੇ, ਕੋਈ ਜਿਵੇਂ ਮਤਲਬ ਕੋਈ ਪੋਡਕਾਸਟ ਕਰਵਾ ਲੈਣਗੇ। ਮਜ਼ਾ ਉਦੋਂ ਆਇਆ ਜਦੋਂ ਇਹਨਾਂ ਨੇ ਕਿਹਾ ਜੀ ਪ੍ਰੋਗਰਾਮ ਹੈ ਕਿੱਸਾ ਕੋਈ, ਤੇ ਉਹਦੇ ਵਿੱਚ ਅਸੀਂ ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ ਨਾ ਮੁਖਤਲਿਫ ਟੌਪਿਕਸ ਤੇ ਗੱਲ ਕਰਨੀ ਹੈ। ਤੁਸੀਂ ਯਕੀਨ ਕਰੋਗੇ ਕਿ ਇਸ ਗੱਲ ਨੂੰ ਜਿਹਨੂੰ ਕਹਿੰਦੇ ਨਾ ਬੰਦੇ ਦੀ ਦਰੀਨਾ ਖਾਹਿਸ਼ ਪੂਰੀ ਹੋ ਜਾਂਦੀ ਹੈ। ਮੈਂ ਤਾਂ ਅੰਦਰ ਨਾ ਨੱਚ ਹੀ ਪਈ, ਮੈਂ ਉਹ ਵਾਹ ਮਜ਼ਾ ਆ ਗਿਆ ਵੀ। ਹੁਣ ਉਹਦੇ ਬਾਅਦ ਇਹ ਪ੍ਰੋਗਰਾਮ ਹੁਣ ਤੱਕ ਅਸੀਂ ਕਰ ਰਹੇ ਹਾਂ। ਹਰ ਟੌਪਿਕ ਜਦੋਂ ਮੈਂ ਜਾਂਦੀ ਰਿਸਰਚ, ਜਦੋਂ ਤੁਹਾਡਾ ਆਡੀਸ਼ਨ ਹੋਇਆ, ਜਿਹੜਾ ਕਿੱਸਾ ਤੁਸੀਂ ਉੱਥੇ ਪਹਿਲੀ ਦਫਾ ਬੋਲਿਆ, ਉਹ ਕੋਈ ਸਾਨੂੰ ਸੁਣਾ ਸਕਦੇ? ਉਹ ਕਿੱਸਾ ਨਹੀਂ ਸੀ, ਉਦੋਂ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਸੀ। ਉਹਨਾਂ ਬਸ ਇਹਨਾਂ ਕਿਹਾ ਸੀ ਆਡੀਸ਼ਨ ਤੁਸੀਂ ਬੋਲੋ, ਕੁਝ ਤੇ ਬੋਲੇ ਹੋ। ਹਾਂ, ਮੈਂ ਬੋਲੀ ਸੀ। ਮੈਨੂੰ ਉਹਨਾਂ ਨੇ ਮੈਨੂੰ ਇੱਕ ਤਾਂ ਪੇਪਰ ਦਿੱਤਾ ਨਾ ਕਿ ਇਹਨੂੰ ਪੜੋ। ਮੈਂ ਕਿਹਾ ਇੰਜ ਨਹੀਂ ਮੈਨੂੰ ਪੜਿਆ ਜਾਂਦਾ, ਇੰਜ ਮੈਨੂੰ ਰੱਟੇ ਨਹੀਂ ਲੱਗਦੇ, ਮੈਂ ਤਾਂ ਜ਼ਿੰਦਗੀ 'ਚ ਰੱਟਾ ਲਾ ਕੇ ਪਾਸ। ਅਗਰ ਤੁਹਾਡੇ ਕੋਲ ਕੋਈ ਤੁਹਾਡੀ ਮਨਪਸੰਦ ਦਾ ਕਿੱਸਾ ਸੁਣਨਾ ਚਾਹੀਏ ਸੀ ਪੰਜਾਬੀ ਦੇ ਅੰਦਰੋਂ, ਯਾਨੀ ਜਿਹੜਾ ਢਿੱਡੋਂ ਜਿਹਨੂੰ ਕਹਿੰਦੇ ਨੇ, ਉਹ ਕਿਹੜਾ ਕਿੱਸਾ ਜਿਹੜਾ ਥੋੜਾ ਜਿਹਾ ਸਾਨੂੰ ਸੁਣਾਓ ਤੇ ਅਸੀਂ ਵੀ ਦੇਖੀਏ ਕਿ ਤੁਹਾਡੀ ਕਿੱਸਾ ਕੋਈ ਕਿੰਜ ਦੀ ਹੈ।
ਅਸਲ ਵਿੱਚ ਹਾਂ ਥੋੜੀ ਜਿਹੀ ਇੰਜ ਕਰਕੇ ਕਰ ਲਈਏ ਇੱਕ ਛੋਟਾ ਤਾਂ ਕਿ ਮੁਖਤਸਰ ਵੀ ਹੋਵੇ ਤਾਂ ਮਜ਼ੇ ਦਾ ਵੀ ਹੋਵੇ। ਹਾਂ ਹਾਂ ਪਿਛਲੇ ਦਿਨਾਂ 'ਚ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਕੀਤਾ ਪ੍ਰੋਗਰਾਮ, ਅਸੀਂ ਫਕੀਰ ਸੈਫੁਦੀਨ ਸਾਹਿਬ ਨੂੰ ਸੱਦਿਆ ਹੋਇਆ ਸੀ। ਉਸ ਤੋਂ ਪਹਿਲੇ ਅਸੀਂ ਵੀ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਤੇ, ਲੇਕਿਨ ਅਸੀਂ ਉਹਨੂੰ ਔਨ 에ਅਰ ਨਹੀਂ ਕਰ ਸਕੇ ਇੱਕ ਦੋ ਵਜੂਹਾਤ ਦੀ ਬਿਨਾਂ ਤੋਂ ਨਾ। ਲੇਕਿਨ ਇਹ ਕਿ ਵੀ ਉਹ ਪ੍ਰੋਗਰਾਮ ਬੜਾ ਮਜ਼ੇਦਾਰ ਸੀ। ਉਹਦੇ 'ਚ ਨਾ ਇੱਕ ਖਾਤੂਨ ਹੈ, ਮਤਲਬ ਵੈਸੇ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਕਹਿੰਦੇ 38 ਬੀਵੀਆਂ ਸਨ, ਲੌਂਡੀਆਂ ਬੀਵੀਆਂ ਮਿਕਸ ਕਰਕੇ, ਲੇਕਿਨ ਉਹਨਾਂ ਦੇ ਵਿੱਚ ਨਾ ਇੱਕ ਖਾਤੂਨ ਐਸੀ ਸੀ, ਮੋਹਰਾ ਸਰਕਾਰ, ਤੁਸੀਂ ਨਾਮ ਸੁਣਿਆ ਹੋਏਗਾ। ਉਹ ਲਾਹੌਰ ਦੀ ਮਤਲਬ ਕਹਿੰਦੇ ਨੇੜੇ ਇੱਕ ਇਲਾਕਾ ਸੀ, ਉੱਥੋਂ ਦੀ ਤਵਾਇਫ ਸੀ ਨਾ, ਗਾਂਧੀ ਮੁਗੰਨੀਆਂ ਸੀ, ਗਾਂਧੀ ਬਹੁਤ ਸੋਹਣਾ ਸੀ। ਤੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪਹਿਲੀ ਦਫਾ ਉਹਨੂੰ ਸੁਣਿਆ ਤੇ ਉਹ ਰਹਿ ਗਿਆ ਉਹਦੇ ਤੇ। ਸੋਹਣੀ ਕਹਿੰਦੇ ਇੰਨੀ ਨਹੀਂ ਸੀ, ਲੇਕਿਨ ਨਾ ਇੰਟੈਲੀਜੈਂਟ ਬਹੁਤ ਸੀ। ਤੇ ਉਹਦੀ ਜ਼ਹਾਨਤ, ਫਿਰ ਉਹੀ ਗੱਲ, ਵਿਟ ਅੱਛੀ, ਗੱਲ ਦਾ ਜਵਾਬ ਬਰ ਵਕਤ ਜਵਾਬ ਦੇਣਾ, ਹਾਜ਼ਰ ਜਵਾਬ ਹੋਣਾ, ਸ਼ਾਇਸਤਗੀ ਬੋਲਣਾ, ਉੱਤੋਂ ਪੰਜਾਬਣ ਵੀ ਹੈ, ਠੀਕ ਹੈ, ਲੇਕਿਨ ਇਹ ਗਾਣਾ ਵੀ ਪੰਜਾਬੀ ਚ ਕਹਿੰਦੇ ਰਕਸ ਵੀ ਕਰਦੀ ਹੁੰਦੀ ਸੀ। ਤੇ ਕਿਸੇ ਦੇ ਨਾ ਥਾਂ ਤੇ ਜਾ ਕੇ ਨਹੀਂ ਸੀ ਉਹ ਕਰਦੀ ਹੁੰਦੀ, ਮਤਲਬ ਪਹੁੰਚ ਕੇ ਨਹੀਂ ਸੀ ਕਿਤੇ ਜਾਂਦੀ ਹੁੰਦੀ, ਕਹਿੰਦੇ ਸੀ ਮੇਰੇ ਹੀ ਡੇਰੇ ਤੇ ਆਓ ਤੇ ਇੱਥੇ ਆ ਕੇ ਵੇਖੋ ਜੋ ਵੀ ਹੈ ਤੇ ਸੁਣੋ ਤੇ ਜਾਓ। ਅੱਛਾ, ਮਹਾਰਾਜਾ ਰਣਜੀਤ ਸਿੰਘ ਪਹਿਲੀ ਵਾਰੀ ਉੱਥੇ ਗਏ ਤੇ ਉਹਦੇ ਤੇ ਆਸ਼ਿਕ ਹੋ ਗਏ, ਜਾਂਦੇ ਰਹੇ ਕਹਿੰਦੇ। ਫਿਰ ਉਹਨਾਂ ਨੂੰ ਆਪਣੇ ਕਹਿੰਦੇ ਇਨਵਾਈਟ ਕੀਤਾ ਉਹਨਾਂ ਨੇ, ਆਖਰ ਇੱਕ ਦਿਨ ਨਾ ਉਹਨਾਂ ਲਈ ਬੜਾ ਅੱਛਾ ਸਿਸਟਮ ਕੀਤਾ, ਬੜਾ ਪਿਆਰਾ ਮਾਮਲਾਤ ਕਰਾ ਕੇ ਸ਼ਾਮਿਆਨੇ ਵਾਲਾ ਲਾ ਕੇ ਉਹਨਾਂ ਨੂੰ ਇਨਵਾਈਟ ਕੀਤਾ ਕਿ ਤੁਸੀਂ ਤਸ਼ਰੀਫ ਲਿਆਓ। ਤੇ ਕਹਿੰਦੇ ਉਹ ਆਏ ਤੇ ਉਹ ਨਹਿਰ ਦੇ ਕੋਲ ਮਤਲਬ ਸੀ ਜਿਹੜੀ ਹੁਣ ਉਦੋਂ ਕਹਿੰਦੇ ਉਹਦੇ ਉੱਤੇ ਪੁਲ ਬਣ ਰਿਹਾ ਸੀ, ਤਾਂ ਕਿ ਉਹ ਜਿਹੜੇ ਲੋਕਾਂ ਨੂੰ ਆਉਣ ਜਾਣ ਦਾ ਮਸਲਾ ਹੁੰਦਾ ਤੇ ਉਹ ਪੁਲ ਦੇ ਜ਼ਰੀਏ, ਪੁਲ ਨਹੀਂ ਸੀ ਬਣ ਰਿਹਾ, ਨਹਿਰ ਦੀ ਤਾਮੀਰ ਹੋ ਰਹੀ ਸੀ, ਉਹਦੇ ਆਸ-ਪਾਸ ਦਾ ਇਲਾਕਾ ਸੈਟਲ ਕਰਵਾਇਆ ਜਾ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਆਪ ਉੱਥੇ ਮਤਲਬ ਚੱਕਰ ਲਾਉਂਦੇ ਸੀ, ਉੱਥੇ ਰਹਿੰਦੇ ਵੀ ਸੀ 2-4 ਰਾਤਾਂ 2-4 ਦਿਨ, ਤਾਂ ਕਿ ਕੰਮ ਉਹਨਾਂ ਦੀ ਨਿਗਰਾਨੀ ਚ ਅੱਛਾ ਹੋਵੇ। ਕਹਿੰਦੇ ਮੋਹਰਾ ਸਰਕਾਰ ਇੱਕ ਦਿਨ ਆਏ ਨੇ ਤੇ ਉਹਨਾਂ ਨੇ ਜੁੱਤੀ ਉਹਨਾਂ ਦੀ ਟੁੱਟ ਗਈ ਜਾਂ ਰੁੜ ਗਈ ਉਹਦੇ ਚ, ਪਾਣੀ ਦੇ ਵਿੱਚ ਜਦੋਂ ਲੰਘ ਰਹੇ ਸੀ। ਉਹਨਾਂ ਨੇ ਆ ਕੇ ਸ਼ਿਕਾਇਤ ਕੀਤੀ ਕਿ ਬਈ ਤੁਸੀਂ ਚੰਗੇ ਹੋ, ਤੁਸੀਂ ਮਤਲਬ ਮੈਨੂੰ ਇੱਥੇ ਬੁਲਾ ਲੈਂਦੇ ਹੋ ਤੇ ਮੇਰੀ ਜੁੱਤੀ ਰੁੜ ਗਈ ਹੈ ਹੁਣ। ਤੇ ਮਹਾਰਾਜਾ ਸੀ, ਉਹਨਾਂ ਨੇ ਕਿਹਾ ਜੀ ਹੁਕਮ ਕਰ, ਤੇਰੇ ਲਈ ਮੈਂ ਜੁੱਤੀਆਂ ਦੇ ਬਾਜ਼ਾਰ ਲਾ ਦਾਂਗਾ, ਹੁਕਮ ਕਰ, ਮੈਂ ਢੇਰ ਲਾ ਦਾਂਗਾ ਜੁੱਤੀਆਂ ਦੇ। ਉਹ ਜ਼ਹੀਨ ਔਰਤ ਸੀ, ਉਹਨੇ ਕਿਹਾ ਨਹੀਂ, ਮੈਂ ਰੋਜ਼ ਇੱਕ ਜੁੱਤੀ ਰੋੜਾਂਗੀ, ਇੰਜ ਕਿਵੇਂ ਨਾ, ਮਤਲਬ ਇੰਜ ਥੋੜੀ ਹੁੰਦਾ, ਤੁਸੀਂ ਇਹ ਕਿਉਂ ਨਹੀਂ ਕਰ ਦਿੰਦੇ ਕਿ ਨਹਿਰ ਦੇ ਉੱਤੇ ਇੱਕ ਪੁਲ ਬਣਾ ਦਿਓ। ਤੇ ਕਹਿੰਦੇ ਪੁਲ ਬਣ ਜਾਏਗਾ, ਪੁਲ ਦੇ ਉੱਤੋਂ ਮੈਂ ਲੰਘ ਕੇ ਆਇਆ ਕਰਾਂਗੇ, ਫਿਰ ਜੁੱਤੀਆਂ ਵੀ ਬਦਲਣ ਦੀ ਲੋੜ ਨਹੀਂ ਪਏਗੀ ਤੇ ਹੋਰਾਂ ਦਾ ਵੀ ਭਲਾ ਹੋ ਜਾਏਗਾ। ਤੇ ਕਹਿੰਦੇ ਫਿਰ ਉੱਥੇ ਉਹ ਪੁਲ ਬਣਿਆ ਤੇ ਉਹੀ ਫਿਰ ਕੰਜਰੀ ਵਾਲਾ ਪੁਲ ਵੀ ਕਵਾਇਆ। ਅੱਛਾ, ਲੇਕਿਨ ਇਹ ਕਿ ਉਹ ਮੋਹਰਾ ਇੰਨੀ ਇੰਟੈਲੀਜੈਂਟ ਮਤਲਬ ਲੜਕੀ ਖਾਤੂਨ ਸੀ ਕਿ ਉਹਨੇ ਸਿਰਫ ਇਹ ਨਹੀਂ ਕਿਹਾ ਕਿ ਮੇਰੇ ਕੋਲ ਜੁੱਤੀਆਂ ਦਾ ਢੇਰ ਆ ਜਾਏ, ਸ਼ਾਇਦ ਮੈਂ ਹੁੰਦੀ ਜਾਂ ਕੋਈ ਹੋਰ ਹੁੰਦਾ ਤਾਂ ਕਹਿੰਦਾ ਹਾਂ ਯਾਰ ਠੀਕ ਹੈ ਜੁੱਤੀਆਂ ਆ ਜਾਣ, ਹੈ ਜੁੱਤੀਆਂ ਮੇਰੇ ਕੋਲ ਤਾਂ ਬੜੀਆਂ ਕਲੈਕਸ਼ਨ ਹੋ ਜਾਏ, ਔਰਤਾਂ ਨੂੰ ਇਹੀ ਪਸੰਦ ਹੁੰਦੀਆਂ ਸ਼ਾਵਾਂ। ਉਹਨੇ ਕਿਹਾ ਨਹੀਂ ਤੁਸੀਂ ਪੁਲ ਬਣਵਾਓ। ਤੇ ਪੁਲ ਕਹਿੰਦੇ ਬੜੇ ਲੋਕਾਂ ਨੂੰ ਫਿਰ ਫਾਇਦਾ ਹੋਇਆ, ਜਿਹੜੇ ਉਧਰੋਂ ਇੱਧਰ ਆਉਂਦੇ ਹੋਏ ਮਸਲਾ ਹੁੰਦਾ ਸੀ ਤਜਾਰਤ ਲਈ, ਫਿਰ ਚੀਜ਼ਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆਸਾਨ ਹੋਈਆਂ। ਤੇ ਅੱਛਾ, ਫਿਰ ਉਹੀ ਮੋਹਰਾ ਸਰਕਾਰ ਜਿਹੜੇ ਨੇ ਕਹਿੰਦੇ ਉਹਨਾਂ ਦੀ ਜਦੋਂ ਸ਼ਾਦੀ ਹੋ ਗਈ, ਉਹਨਾਂ ਨੇ ਸ਼ਾਦੀ ਕੀਤੀ ਇਹਨਾਂ ਦੇ ਨਾਲ, ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨਾਲ ਆਪਣੇ ਮਹਿਲ 'ਚ ਰੱਖਣਾ ਚਾਹਿਆ। ਤੇ ਮੋਹਰਾ ਨੇ ਕਿਹਾ ਕਿ ਜੀ ਨਹੀਂ, ਮੈਂ ਇੱਥੇ ਨਹੀਂ ਰਹਿਣਾ, ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਮਹਾਰਾਨੀਆਂ ਤਰ੍ਹਾਂ ਰਵਾਂ ਤੇ ਤੁਸੀਂ ਮੈਨੂੰ ਮੇਰੀ ਹੀ ਕਮਿਊਨਿਟੀ ਦੇ ਵਿੱਚ ਹਵੇਲੀ ਵੱਡੀ ਬਣਾ ਕੇ ਦਿਓ, ਉੱਥੇ ਮੇਰਾ ਮਤਲਬ ਸਿਸਟਮ ਕਰੋ, ਜਿੱਥੇ ਮਤਲਬ ਉਹੀ ਜਿਹੜਾ ਹੀਰਾ ਜਿਹੜਾ ਮੇਰਾ ਰਹਿਣ ਸਹਿਣ ਉੱਥੇ ਹੀ ਕਰੋ। ਕਹਿੰਦਾ ਮੈਂ ਉੱਥੇ ਹੀ ਮਹਾਰਾਨੀ ਬਣ ਕੇ ਰਹਿ ਸਕਦੀ ਹਾਂ, ਮੈਂ ਇੱਥੇ ਮਹਿਲ 'ਚ ਆ ਕੇ ਇੱਥੇ ਤਾਂ ਮੈਂ ਤਵਾਇਫ ਹੀ ਘੁਮਾਵਾਂਗੀ ਤੇ ਉੱਥੇ ਤੁਸੀਂ ਕਹਿੰਦੇ ਮੈਨੂੰ ਬਣਵਾ ਕੇ ਦਿਓ। ਅੱਛਾ, ਹੁਣ ਆਪਣੀ ਕਮਿਊਨਿਟੀ ਦਾ ਫਾਇਦਾ ਉਹਨਾਂ ਨੇ ਇੰਜ ਕੀਤਾ, ਫਿਰ ਉੱਥੇ ਕਹਿੰਦੇ ਵੱਡੀ ਹਵੇਲੀ ਵੀ ਬਣੀ। ਫਿਰ ਉਹਦੇ ਨਾਲ ਉਹ ਬਣ ਨਹੀਂ ਸੀ ਸਕਦੀ ਇੰਜ ਕਰਕੇ ਹਵੇਲੀ, ਅੰਟਿਲ ਅਨਲੈਸ ਕਿ ਉਹਦੇ ਨਾਲ ਉਦੋਂ ਇੱਕ ਇਹਨਾਂ ਨੇ ਰੂਲ ਪਾਸ ਕੀਤਾ ਸੀ ਕਿ ਉਹਦੇ ਨਾਲ ਕੋਈ ਮਦਰਸਾ ਜਾਂ ਕੋਈ ਆਸ਼ਰਮ ਇਸ ਟਾਈਪ ਦਾ ਨਾ ਬਣੇ, ਉਹਦੇ ਇਲਾਵਾ ਕੋਈ ਨਵੀਂ ਤਾਮੀਰ ਨਹੀਂ ਸੀ ਹੋ ਸਕਦੀ ਅੰਦਰੂਨ ਵਿੱਚ। ਉਦੋਂ ਕਹਿੰਦੇ ਉਹਨਾਂ ਨੇ ਨਾਲ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਵੀ ਨਾਲ ਫਿਰ ਮਤਲਬ ਮਨਜ਼ੂਰੀ ਦਿੱਤੀ ਕਿ ਮੋਹਰਾ ਜਿਹੜੀ ਖਾਤੂਨ ਸੀ, ਮੋਹਰਾ ਵਾਲੀ ਸਰਕਾਰ, ਮੋਹਰਾ ਸਰਕਾਰ ਉਹਨਾਂ ਨੂੰ ਕਿਹਾ ਜਾਂਦਾ ਸੀ, ਮੋਹਰਾ ਦੀ ਹਵੇਲੀ ਤਾਂ ਬਣੀ ਨਾਲ ਮਦਰਸਾ ਵੀ ਬਣਿਆ ਤੇ ਮਸਜਿਦ ਵੀ ਬਣੀ। ਮੈਨੂੰ ਉਸ ਖਾਤੂਨ ਦਾ ਕਰੈਕਟਰ ਜਿਹੜਾ ਪਸੰਦ ਹੈ। ਫਿਰ ਕਹਿੰਦੇ ਸਾਰੀ ਜ਼ਿੰਦਗੀ ਮਤਲਬ ਜਿੰਨਾ ਅਰਸਾ ਜ਼ਿੰਦਾ ਰਹੀ ਹੈ ਉਹਨੇ ਬਹੁਤ ਗ੍ਰੇਸਫੁਲੀ ਮਤਲਬ ਵਕਤ ਗੁਜ਼ਾਰਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਤੇ ਹੋਰ ਕੋਈ ਮਹਾਰਾਣੀ, ਕੋਈ ਹੋਰ ਰਾਣੀ ਇੰਜ ਕਹਿੰਦੇ ਰਾਜ ਨਹੀਂ ਕਰ ਸਕੀ, ਉਹ ਮੋਹਰਾ ਹੀ ਸੀ। ਪੰਜਾਬੀ ਮੁਟਿਆਰ ਸੀ ਇਸ ਲਈ, ਪੰਜਾਬੀ ਮੁਟਿਆਰ ਤਾਂ ਪਤਾ ਨਹੀਂ, ਉਹ ਜ਼ਹਾਨਤ ਦੇਖੋ, ਪੰਜਾਬੀ ਹੋਵੇ, ਉਹ ਗੁਜਰਾਤੀ ਹੋਵੇ, ਬੰਗਾਲੀ ਹੋਵੇ, ਜ਼ਹੀਨ ਨਹੀਂ ਹੈ ਨਾ ਕੀ ਮਰਦ ਕੀ ਔਰਤ, ਤੁਸੀਂ ਉਹਦੇ ਨਾਲ ਨਾ ਵਕਤ ਜਾਂ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ। ਜ਼ਹਾਨਤ
ਖੁਦ ਪੈਦਾ ਕੀਤੀ ਜਾਂਦੀ ਹੈ ਜਾਂ ਪਿੱਛੋਂ ਆਉਂਦੀ ਹੈ, ਵਿਰਾਸਤ ਤੋਂ ਆਉਂਦੀ ਹੈ? ਦੇਖੋ ਕੁਝ ਲੋਕ ਤਾਂ ਬੜੇ ਤੁਹਾਨੂੰ ਤਾਂ ਜ਼ਿਆਦਾ ਪਤਾ ਇਹਨਾਂ ਚੀਜ਼ਾਂ ਦਾ, ਤੁਸੀਂ ਮੇਰੇ ਕੋਲੋਂ ਸਵਾਲ ਕਰ ਰਹੇ ਹੋ, ਲੇਕਿਨ ਫਿਰ ਵੀ ਜੋ ਮੈਨੂੰ ਸਮਝ ਆਉਂਦੀ ਉੱਤੇ ਮੈਂ ਗੱਲ ਕਰਾਂਗੀ। ਜ਼ਹਾਨਤ ਇੱਕ ਤਾਂ ਸਾਨੂੰ ਜੀਨਸ ਵਿੱਚ ਮਿਲਦੀ ਹੈ, ਅੱਛਾ, ਉਹ ਤਾਂ ਆਂਦੀ ਹੈ, ਮਤਲਬ ਮਾਂ ਪਿਓ ਜ਼ਹੀਨ ਨੇ ਜਾਂ ਪਿੱਛੇ ਦਾਦਾ ਦਾਦੀ ਕੋਈ ਅੱਛਾ ਮਤਲਬ ਆਦਤਾਂ ਵੀ ਕੀ ਆਦਤਾਂ ਸ਼ਕਲਾਂ, ਕਹਿੰਦੇ ਨੇ ਖੂਨ ਜਿਹੜਾ ਹੈ ਬੋਲਦਾ, ਇਹ ਸੱਚੀ ਗੱਲ ਹੈ? ਮੈਨੂੰ ਇੱਕ ਤਜਰਬੇ ਤੋਂ ਬਾਅਦ ਅੰਦਾਜ਼ਾ ਹੋਇਆ ਹੈ। ਅੱਛਾ, ਪਹਿਲੇ ਨਹੀਂ ਸੀ ਮੈਂ ਮੰਨਦੀ ਹੁੰਦੀ, ਮੈਂ ਕਹਿੰਦੀ ਨਹੀਂ ਤਰਬੀਅਤ ਬਾਜ਼ੂ ਕਾ ਤੁਹਾਡੀ ਤਰਬੀਅਤ ਫੇਲ ਹੋ ਜਾਂਦੀ ਹੈ, ਵਾਕਈ ਪਿੱਛੇ ਤੁਹਾਡੀ ਜੀਨਸ ਬਹੁਤ ਤਗੜਾ ਹੁੰਦਾ, ਜਿਹੜਾ ਕਹਿੰਦੇ ਨੇ ਖਾਨਦਾਨੀ ਬੰਦਾ ਹੈ, ਖਾਨਦਾਨੀ ਬੰਦਾ ਹੈ, ਇਹ ਰੌਲਾ ਹੈ, ਇਹ ਰੌਲਾ ਹੈ। ਇਹ ਬਹੁਤ ਨਸਲੀ ਹੋਣਾ, ਮਤਲਬ ਤੁਹਾਡਾ ਨਾ ਬਾਡੀ ਲੈਂਗੁਏਜ ਹੀ ਦੱਸ ਦਿੰਦੀ ਹੈ। ਦੇਖੋ ਨਾ ਜਿਹੜਾ ਅਕਾਬ ਹੈ, ਤੇ ਉਹ ਕਹਿੰਦੇ ਨਾ ਕਿ ਇਕਬਾਲ ਦਾ ਸ਼ੇਰ ਹੈ ਕਿ परवाद है दोनों में इसी एक जहां में, करगस का जहां और है शाही का जहां। ਇਹ ਜਿਹੜਾ ਕਰਗਸ ਹੈ, ਜਿਹੜਾ ਕਾਂ ਹੈ, ਚੀਲ ਹੈ ਤੇ ਬਾਜ਼ ਹੈ, ਨਸਲ ਤੇ ਫਿਰ ਪਛਾਣੀ ਜਾਂਦੀ। ਦੇਖੋ ਨਾ, ਅਗਰ ਉਕਾਬ ਕਾਂ ਦੇ ਕਰਦਾ ਵੀ ਰਵੇ ਤਰਬੀਅਤ, ਕਾਂ ਤਾਂ ਕਾਂ ਹੀ ਰਹੇਗਾ ਨਾ, ਕਾਂ ਹੀ ਰਹੇਗਾ। ਮੈਨੂੰ ਇਹ ਗੱਲ ਨਾ ਬਹੁਤ ਅਰਸੇ ਬਾਅਦ ਜਾ ਕੇ ਸਮਝ ਆਈ ਹੈ ਕਿ ਅੱਛਾ ਇਹ ਇੰਜ ਕਰਕੇ ਚੀਜ਼ਾਂ ਕੁਝ ਹੈਗੇ ਨੇ, ਕੋਈ ਕੁਦਰਤ ਦੇ ਫੈਸਲੇ ਨੇ, ਕੋਈ ਕੁਦਰਤ ਉਸ ਤਰੀਕੇ ਨਾਲ ਸਾਨੂੰ ਲੈ ਕੇ ਚੱਲਦੀ ਹੈ। ਇਸ ਕਰਕੇ ਮੇਰਾ ਮੰਨਣਾ ਹੈ। ਤੁਸੀਂ ਸਮਝਦੇ ਹੋ ਕਿ ਪੰਜਾਬੀ ਨਸਲੀ ਹੁੰਦੇ ਨੇ? ਨਸਲੀ ਕੋਈ ਵੀ ਹੋ ਸਕਦਾ ਹੈ। ਅੱਛਾ, ਨਸਲੀ ਤਾਂ ਕੋਈ ਵੀ ਹੋ ਸਕਦਾ ਹੈ। ਦੇਖੋ ਸਿਰਫ ਪੰਜਾਬੀ ਹੀ ਨਸਲੀ ਨਹੀਂ ਹੁੰਦੇ, ਦੇਖੋ ਸਰਾਇਕੀ ਵੀ ਤੇ ਹੈ ਨਸਲੀ, ਔਰ ਉਰਦੂ ਵੀ ਚੱਲਦੀ ਹੈ, ਖੈਬਰ ਪਖਤੂਨਖਵਾ ਵੀ ਹੈ, ਇੱਥੇ ਬਲੋਚੀ ਵੀ ਹੈ। ਮੈਂ ਗੱਲ ਪੰਜਾਬੀ ਦੀ ਗੱਲ ਕਿ ਇਹਨਾਂ ਸਾਰੀਆਂ ਜ਼ਬਾਨਾਂ ਦੇ ਵਿੱਚੋਂ ਕਿਹੜੀ ਜ਼ਬਾਨ ਵਾਲੇ ਜ਼ਿਆਦਾ ਨਸਲੀ ਲੱਗਦੇ ਨੇ ਤੁਹਾਨੂੰ? ਮੈਨੂੰ ਫਿਰ ਉਹੀ ਗੱਲ ਹੈ, ਹਰ ਜ਼ੁਬਾਨ ਦੇ ਵਿੱਚ ਕੁਝ ਲੋਕ ਹੁੰਦੇ ਨੇ ਅੱਛੇ ਜਿਨ੍ਹਾਂ ਨੂੰ ਅਸੀਂ ਖਾਨਦਾਨੀ ਕਹਿੰਦੇ ਆ, ਕੁਝ ਨਹੀਂ ਵੀ ਹੁੰਦੇ। ਸਾਡੇ ਖਾਨਦਾਨਾਂ ਦੇ ਵਿੱਚ ਅਸੀਂ ਵੇਖ ਲਈਦਾ ਵੀ 4-5 ਭਰਾ ਨੇ, ਇੱਕ ਭਰਾ ਜਾਂ 2 ਭਰਾ ਬੜੇ ਅੱਛੇ ਆਲਾ ਅਖਲਾਕ ਦੇ ਮਾਲਿਕ ਹੋਣਗੇ, ਵਿੱਚੋਂ 1 ਜਾਂ 2 ਐਸੇ ਕੋਈ ਅਜੀਬ ਨਿਕਲ ਆਉਂਦੇ ਨੇ, ਸਮਝ ਹੀ ਨਹੀਂ ਆਉਂਦੀ ਵੀ ਇਹਨਾਂ ਨੇ ਕੋਈ ਬੀੜਾ ਚੁੱਕਿਆ ਹੋਇਆ ਕਿ ਖਾਨਦਾਨ ਨੂੰ ਡੁਬੋ ਕੇ ਰਹਿਣਾ। ਇਹ ਹਰ ਜਗ੍ਹਾ ਹੁੰਦਾ। ਮੈਂ ਇਹਨੂੰ ਨਹੀਂ ਕਹਿ ਸਕਦੀ ਕਿ ਇਸ ਜ਼ੁਬਾਨ ਦੇ ਬੋਲਣ ਵਾਲੇ ਬੜੇ ਗੈਰਤ ਵਾਲੇ ਨਹੀਂ ਹੈ, ਇਹਦੇ ਵਾਲੇ ਬਗੈਰਤ ਨੇ, ਨਹੀਂ। ਅਸੀਂ ਪਠਾਨਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਅਸੀਂ ਦੇਖਦੇ ਉਹਨਾਂ ਨੂੰ ਪਖਤੂਨਖਵਾ ਅਸੀਂ ਗੱਲ ਕਰਦੇ ਜਿਹੜਾ ਸੂਬੇ ਦੀ, ਇੱਕ ਪਾਸੇ ਅਸੀਂ ਉਹਨਾਂ ਦੀ ਗੈਰਤ ਦੇ ਕਿੱਸੇ ਸੁਣਦੇ ਹਾਂ, ਇੱਕ ਪਾਸੇ ਅਸੀਂ ਉਹਨਾਂ ਦੀ ਗੈਰਤ ਵੇਖਦੇ ਹਾਂ, ਉਹਨਾਂ ਦੀ ਪੁਰਾਣੀਆਂ ਜੰਗਾਂ ਵਾਲੇ ਪਾਸੇ ਚਲੇ ਜਾਓ, ਉਹਨਾਂ ਵਰਗਾ ਬਹਾਦਰ ਕੋਈ ਨਹੀਂ। ਦੂਜੇ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਯਾਰ ਉਹ ਪਠਾਨ ਤਾਂ ਆਪਣੀਆਂ ਕੁੜੀਆਂ ਵੇਚਦੇ ਨੇ, ਇੰਜ ਵੀ ਹੈ। ਉਹ ਕੋਈ ਨਸਲੀ ਕੋਈ ਵੱਡਾ ਕੋਈ ਖਾਨਦਾਨੀ ਬੰਦਾ ਥੋੜੀ ਕਰ ਰਿਹਾ ਹੈ। ਪਤਾ ਉਹਨਾਂ ਦੇ ਕੋਈ ਖਾਸ ਕਬੀਲਿਆਂ ਚ ਰੀਤ ਚੱਲਦੀ ਹੋਵੇ, ਉਹ ਸਾਰਿਆਂ ਦੇ ਉੱਤੇ ਠੱਪਾ ਲੱਗ ਗਿਆ ਇੰਜ। ਹੁਣ ਅਸੀਂ ਇੱਥੇ ਜਿਹੜਾ ਸਾਡੇ ਨਾਲ ਜੀ ਪੰਜਾਬੀ ਜਿਹੜਾ ਮਜ਼ਾਮਤ ਨਹੀਂ ਕਰਦਾ, ਭਾਈ ਜਾਓ ਰਾਜਾ ਪੋਰਸ, ਜਿਹੜੀ ਮਾਲੂਮ ਹਿਸਟਰੀ ਦੇ ਵਿੱਚ ਰਾਜਾ ਪੋਰਸ ਵੀ ਵੇਖ ਲਓ ਤੁਸੀਂ, ਰਾਜਾ ਪੋਰਸ ਨੇ ਵਕਤਾ ਪਾ ਦਿੱਤਾ ਸੀ ਸਿਕੰਦਰ ਨੂੰ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜੇ ਅਸਲ ਸੂਫੀ ਸ਼ਾਇਰ ਨੇ ਉਹ ਸਾਰੇ ਪੰਜਾਬੀ, ਕਾਫੀ ਜ਼ਿਆਦਾ ਪੰਜਾਬੀ, ਪੰਜਾਬ ਦੇ ਵਿੱਚ ਰੱਬ ਦੇ ਨਾਲ ਇਸ਼ਕ, ਰੱਬ ਦੇ ਨਾਲ ਮੁਹੱਬਤ, ਦਰਵੇਸ਼, ਸੂਫੀ, ਕਲੰਦਰ, ਸਾਰੇ ਪੰਜਾਬੀ। ਇਹ ਕੀ ਵਜ੍ਹਾ ਹੈ? ਸਾਰੇ ਪੰਜਾਬੀ ਕਾਫੀ ਜ਼ਿਆਦਾ, ਔਰ ਸੂਫੀਆਂ ਦਾ ਹੀਰ ਵਾਰਿਸ ਸ਼ਾਹ ਲੈ ਲਓ, ਬਾਬਾ ਬੁੱਲੇ ਸ਼ਾਹ ਦਾ ਕਲਾਮ ਲੈ ਲਓ, ਜਿਹੜਾ ਵੀ ਤੁਸੀਂ ਪੰਜਾਬੀ ਕਲਾਮ ਪੜ੍ਹ ਲਵੋ, ਤੇ ਪੰਜਾਬ ਦਾ ਰੰਗ ਤੇ ਪੰਜਾਬੀ, ਇਹ ਕੀ ਵਜ੍ਹਾ ਹੈ? ਦੇਖੋ ਇੱਕ ਤਾਂ ਚੀਜ਼ ਇਹ ਹੈ ਕਿ ਪੰਜਾਬ ਦੀ ਮਿੱਟੀ ਦੇ ਵਿੱਚ ਨਾ ਬਗਾਵਤ ਹੈ। ਸੁਣੋ, ਹੁਣ ਬਗਾਵਤ ਇੰਝ ਹੈ ਕਿ ਇੱਕ ਪਾਸੇ ਤੁਹਾਡੇ ਸਿਰ ਤੇ ਆ ਕੇ ਬੈਠਾ ਹੋਇਆ ਹੈ ਇੱਕ ਹਮਲਾਵਰ, ਤੁਹਾਡੇ ਮੁਲਕ ਦੇ ਉੱਤੇ ਹੁਕੂਮਤ ਕਰ ਰਿਹਾ। ਮੈਂ ਮੁਗਲਾਂ ਦੀ ਹੁਕੂਮਤ ਦੀ ਚਲੋ ਇੱਕ ਮਿਸਾਲ ਦੇਵਾਂ, ਉੱਥੇ ਮੁਗਲਾਂ ਦੀ ਹੁਕੂਮਤ ਹੈ। ਇੱਕ ਪਾਸੇ ਤੁਹਾਡੇ ਇਲਾਕੇ ਤੇ ਆ ਕੇ ਉਦੋਂ ਜਦੋਂ ਚੱਲ ਰਹੀਆਂ ਸੀ ਸ਼ੋਰਸ਼ਾਂ, ਉਹਨਾਂ ਦੇ ਜ਼ਮਾਨੇ ਜੁੜੀਆਂ ਹੋ ਰਹੀਆਂ ਸੀ, ਵਿੱਚੋਂ ਹੀ ਈਸਟ ਇੰਡੀਆ ਕੰਪਨੀ ਵਾਲੇ ਆਉਂਦੇ ਨੇ, ਵਿੱਚ ਹੀ ਬਰਤਾਨਵੀ ਹੁਕੂਮਤ ਆ ਜਾਂਦੀ ਹੈ, ਲੋਕਾਂ ਤੇ ਜ਼ੁਲਮ ਹੋ ਰਹੇ ਨੇ, ਲੋਕਾਂ ਦੇ ਜਵਾਨ ਜ਼ਬਰਦਸਤੀ ਚੁੱਕ ਕੇ ਜੰਗਾਂ 'ਚ ਸ਼ਾਮਿਲ ਕੀਤੇ ਜਾ ਰਹੇ ਨੇ। ਇਹ ਸਭ ਤੋਂ ਜ਼ਿਆਦਾ ਪੰਜਾਬ ਨੂੰ ਕੀਤਾ ਗਿਆ ਨਾ, ਨਿਸ਼ਾਨਾ ਬਣਾਇਆ ਗਿਆ ਇਹਨਾਂ ਸਾਰੀਆਂ ਚੀਜ਼ਾਂ ਦਾ। ਇੱਥੇ ਫਿਰ ਮਜ਼ਾਹਮਤੀ ਆਵਾਜ਼ਾਂ ਵੀ ਜ਼ਿਆਦਾ ਹੀ ਉੱਠਣੀਆਂ ਸੀ। ਇਸ ਲਈ ਕਿਹਾ ਜਾਂਦਾ ਲਾਹੌਰ ਹੈ, ਇਸ ਲਈ ਲਾਹੌਰ ਤਾਂ ਹੋਰ ਮਾਮਲਾ ਹੈ। ਨਹੀਂ, ਕਹਿੰਦੇ ਨੇ ਕਿ ਜਿਹੜੀ ਤਹਿਰੀਕ ਪੰਜਾਬ 'ਚ ਉੱਠਦੀ ਹੈ, ਲਾਹੌਰ 'ਚ ਉੱਠਦੀ ਹੈ, ਜਿਹਨੇ ਲਾਹੌਰ ਫੜ ਲਿਆ ਉਹਨੇ ਸਾਰਾ ਪਾਕਿਸਤਾਨ ਫੜ। ਇਹ ਗੱਲ ਠੀਕ ਹੈ? ਇਹ ਹੁਣ ਤਕਰੀਬਨ ਪਿਛਲੇ ਕੋਈ ਅਸੀਂ ਕਹਿ ਸਕਦੇ ਹਾਂ 500-600 ਸਾਲ ਤੋਂ ਠੀਕ ਹੈ। ਅੱਛਾ, ਉਸ ਤੋਂ ਪਹਿਲੇ ਨਹੀਂ। ਉਸ ਤੋਂ ਪਹਿਲੇ ਤਾਂ ਸਾਨੂੰ ਲਾਹੌਰ ਦੇ ਬਾਰੇ ਤਾਂ ਇਹ ਕਿ 2000 ਸਾਲ ਪੁਰਾਣੀ ਹਿਸਟਰੀ ਹੈ। ਇਹ ਦਲੇਰ ਹੁੰਦੇ ਨੇ ਜਾਂ ਡਰਪੋਕ ਹੁੰਦੇ ਨੇ? ਦਲੇਰ ਤਾਂ ਹੈਗੇ ਨੇ, ਡਰਪੋਕ ਨਹੀਂ ਗਏ। ਲਾਹੌਰੀ ਮਤਲਬ ਲਾਹੌਰ ਪੰਜਾਬੀ ਡਰਪੋਕ ਘੱਟ ਹੀ ਮਿਲਦਾ ਹੈ। ਅੱਛਾ, ਹਾਂ, ਸਿਆਣਾ ਬਹੁਤ ਹੈ। ਕਿਹੜੀ ਬਰਾਦਰੀ ਇਹਦੇ ਵਿੱਚ? ਰਾਈ ਜ਼ਿਆਦਾ ਹੈ, ਖਾਨ ਜ਼ਿਆਦਾ ਹੈ, ਕਿਹੜੀ ਬਰਾਦਰੀ ਜਿਹੜੀ ਹੈ ਜ਼ਿਆਦਾ ਜ਼ਹੀਨ ਹੈ? ਕਹਿਣਾ ਚਾਹ ਰਹੇ ਹੋ ਕਿ ਜ਼ਿਆਦਾ ਨਹੀਂ, ਜ਼ਿਆਦਾ ਨਹੀਂ। ਪੰਜਾਬ ਦੇ ਵਿੱਚ ਜਿਹੜੇ ਜ਼ਿਆਦਾ ਰੱਚੇ ਬੱਚੇ ਨੇ
ਜ਼ਿਆਦਾ ਇੱਥੇ ਜੱਟ ਨੇ ਜੱਟ, ਹਾਂ ਜੱਟ ਤੇ ਰਾਈ। ਅੱਛਾ, ਜੱਟ ਤੇ ਰਾਈ। ਇਹ ਜੱਟ ਦੀ ਸੁਣਾ ਹਿਸਟਰੀ ਜਿਹੜੀ ਉਹ ਸਿੱਖਾਂ ਤੋਂ ਹੈ ਕਹਿੰਦੇ ਨੇ ਕਿ ਉਹਨਾਂ ਦੀਆਂ ਜ਼ਿਆਦਾ ਜਿਹੜੀਆਂ ਤੇ ਰਾਈ ਮੁਸਲਮਾਨ ਵੀ ਹੋਈਆਂ ਨੇ। ਉਧਰੋਂ। ਰਾਈ ਤਾਂ ਕਹਿੰਦੇ ਨੇ ਜੀ ਅਸੀਂ ਤਾਂ ਉਹ ਵਸਤ ਏਸ਼ੀਆ ਚ ਉੱਠ ਕੇ ਆਏ ਸੀਗੇ, ਕੁਝ ਲੋਕ ਤਾਂ ਕਹਿੰਦੇ ਆਰੀਆ ਜਿਹੜੇ ਸੀਗੇ ਉਹ ਰਾਈ ਕਹਾਉਂਦੇ ਨੇ ਹੁਣ ਚੱਲ ਕੇ। ਲੇਕਿਨ ਮੇਰਾ ਆਪਣਾ ਮੰਨਣਾ ਹੈ ਕਿ ਰਾਈ ਜੱਟਾਂ ਨਾਲੋਂ ਬਹੁਤੇ ਜੱਟ ਹੁੰਦੇ ਨੇ ਆਪਣੇ ਮਿਜ਼ਾਜ ਚ, ਜ਼ਮੀਂਦਾਰਾਂ ਇਹਨਾਂ ਕੋਲ ਜ਼ਿਆਦਾ। ਸਿੱਖ ਵੀ ਪੰਜਾਬੀ ਬੜੀ ਠੇਠ ਬੋਲਦੇ ਤੇ ਉਹ ਤਾਂ ਉਹਨਾਂ ਨੇ ਛੱਡੀ ਨਹੀਂ ਨਾ ਜ਼ਬਾਨ, ਉਹਨਾਂ ਨੇ ਕੰਪਲੈਕਸ ਹੋ ਕੇ ਜ਼ਬਾਨ ਨਹੀਂ ਛੱਡੀ। ਕਿਤੇ ਜ਼ਬਾਨ ਪੰਜਾਬੀ ਸਿੱਖਾਂ ਦੀ ਤੇ ਨਹੀਂ? ਨਹੀਂ, ਹਾਂ ਸਿਰਫ ਉਹਨਾਂ ਦੀ ਨਹੀਂ ਹੈ। ਪੰਜਾਬੀ ਜ਼ਬਾਨ ਪੰਜਾਬ ਦੀ ਸੀ ਤੇ ਪੰਜਾਬ ਚ ਸਿੱਖ ਵੀ ਸਨ, ਪੰਜਾਬ ਚ ਸਿੱਖ ਵੀ ਸਨ, ਤੇ ਅੱਧੇ ਸਿੱਖ ਉੱਥੇ ਰਹਿ ਗਏ ਤੇ ਅੱਧੇ ਕੁਝ ਇੱਧਰ ਆ ਗਏ। ਅੱਧੇ ਕੁਝ ਇੱਧਰ। ਅੱਛਾ, ਫਿਰ ਇਹ ਵੀ ਤਾਂ ਹੋਇਆ ਨਾ ਕਿ 15ਵੀਂ ਸਦੀ ਤੋਂ ਬਾਅਦ ਸਾਨੂੰ ਸਿੱਖਾਂ ਦਾ ਖਾਲਸਾ ਜਿਹੜਾ ਰਾਜ ਹੈ ਤਾਂ ਖਾਲਸਾ ਮਜ਼ਹਬ ਨਜ਼ਰ ਆਉਂਦਾ ਹੈ। ਉਸ ਤੋਂ ਪਹਿਲੇ ਤਾਂ ਸਾਰੇ ਹੀ ਪੰਜਾਬੀ ਸੀ ਜਿਹੜੇ ਤੇ ਪੰਜਾਬੀ ਹੈ, ਸਿੱਖ ਵੀ ਤੇ ਪੰਜਾਬੀ ਵੀ, ਸਾਰੇ ਜਿਹੜੇ ਉੱਥੇ ਹਿੰਦੂ ਸੀ ਉਹ ਵੀ ਪੰਜਾਬੀ ਸੀਗੇ, ਹਿੰਦੂ ਵੀ ਮੁਸਲਮਾਨ ਪੰਜਾਬੀ ਬੋਲਦੇ। ਹਿੰਦੂ ਪੰਜਾਬੀ ਬੋਲਦੇ ਸੀ, ਹਲੇ ਵੀ ਬੋਲਦੇ ਨੇ। ਅੱਛਾ, ਲੇਕਿਨ ਸਿੱਖਾਂ ਨੇ ਇਹ ਜ਼ਰੂਰ ਕੀਤਾ ਕਿ ਉਹਨਾਂ ਨੇ ਇਸ ਜ਼ੁਬਾਨ ਨੂੰ ਆਪਣੀ ਮਜ਼ਹਬੀ ਜ਼ੁਬਾਨ ਬਣਾ ਲਿਆ। ਕਿਉਂ? ਬਾਬਾ ਗੁਰੂ ਨਾਨਕ ਦੀ ਵਜ੍ਹਾ ਤੋਂ? ਬਾਬਾ ਗੁਰੂ ਨਾਨਕ ਦੀ ਵਜ੍ਹਾ ਤੇ ਸਾਡੇ ਵੀ ਤੇ ਬਾਬਾ ਬੁੱਲੇ ਸ਼ਾਹ ਪੰਜਾਬੀ ਸਨ। ਅਸੀਂ ਤਾਂ ਫਿਰ ਕੰਪਲੈਕਸ ਛੱਡਿਆ ਹੈ ਨਾ, ਸਾਨੂੰ ਤਾਂ ਇਹ ਕਿਹਾ ਗਿਆ ਨਾ ਜਿਹੜਾ ਪੰਜਾਬੀ ਬੋਲਦਾ ਹੈ ਉਹ ਜਾਹਿਲ ਹੈ। ਹਾਂ, ਅਸੀਂ ਤਾਂ ਫਿਰ ਐਸਾ ਆਪਣੇ ਆਪ ਤੇ ਅਸਰ ਕਰ ਲਿਆ ਕਿ ਨਾ ਅਸੀਂ ਉਹਨੂੰ ਸ਼ਦੀਦ ਪੇਂਡੂ, ਸ਼ਦੀਦ ਮੇਰੇ ਵਰਗੀ ਫੈਮਿਲੀ, ਮੈਂ ਆਪ ਬੜੇ ਪੇਂਡੂ, ਪੱਕਾ ਪੇਂਡੂ ਆ। ਮੇਰੇ ਘਰ ਚਲੇ ਜਾਓ ਤੇ ਮੈਂ ਆਪਣੇ ਭਾਂਜੇ ਭਤੀਜਿਆਂ ਨਾਲ ਗੱਲ ਕਰ ਰਹੀ ਹੋਵਾਂਗੀ ਨਾ ਤੇ ਉਹ ਵੀ ਅੱਗੋਂ ਉਰਦੂ ਚ ਜਵਾਬ ਦੇਣਗੇ। ਮੇਰੇ ਆਪਣੇ ਘਰ ਦੇ ਵਿੱਚ ਤੁਸੀਂ ਦੇਖੋ ਕਿ ਮੈਂ ਜਾਵਾਂ ਤੇ ਮੇਰੇ ਭਾਂਜੇ ਭਤੀਜਿਆਂ ਜਿਹੜੇ ਨੇ ਉਹ ਸਾਰੇ ਉਰਦੂ ਬੋਲਦੇ ਨੇ, ਤੇ ਵਿਚਾਰੇ ਸਾਡੇ ਬਜ਼ੁਰਗਾਂ ਨੂੰ ਵਕਤ ਪਿਆ ਹੁੰਦਾ, ਉਹਨਾਂ ਨੂੰ ਨਹੀਂ ਆਉਂਦੀ ਉਰਦੂ, ਲੇਕਿਨ ਉਹ ਔਖੇ ਹੋ ਕੇ ਉਲਟੇ ਸਿੱਧੇ ਜੁਮਲੇ ਬੋਲ ਕੇ ਉਹਨਾਂ ਉਰਦੂ ਬੋਲਣ ਦੀ ਕੋਸ਼ਿਸ਼ ਕਰਦੇ ਨੇ। ਕਿਉਂ? ਸਕੂਲਾਂ ਚ ਅਗਲੇ ਕਹਿੰਦੇ ਪੰਜਾਬੀ ਨਹੀਂ ਬੋਲਣੀ ਬੱਚਿਆਂ ਨੇ, ਬਾਹਰ ਅਗਲੇ ਮਹੱਲੇ ਚ ਜਾਂਦੇ ਨੇ, ਮਹੱਲਿਆਂ ਦੇ ਮਤਲਬ ਆਸ-ਪਾਸ ਵਾਲੇ ਕਹਿਣਾ ਸ਼ੁਰੂ ਕਰ ਦਿੰਦੇ ਨੇ ਤੁਹਾਡੇ ਬੱਚੇ ਪੰਜਾਬੀ ਬੋਲੇ, ਸਾਡੇ ਬੱਚਿਆਂ ਨੂੰ ਵੀ ਖਰਾਬ ਕਰਨਗੇ। ਕਿਵੇਂ ਖਰਾਬ ਕਰਨਗੇ? ਪਿੰਡੂ ਪ੍ਰੋਟੈਕਸ਼ਨ ਕਹਿੰਦੇ ਨੇ। ਕੋਈ ਉਰਦੂ ਬੋਲਣ ਵਾਲਾ ਪਿੰਡ ਚਲੇ ਜਾਵੇ ਤੇ ਕਹਿੰਦੇ ਨੇ ਉਰਦੂ ਬੋਲਣ ਵਾਲਾ ਆਇਆ, ਤੇ ਪਿੰਡੂ ਜਿਹੜਾ ਉੱਠ ਕੇ ਜਦੋਂ ਲਾਹੌਰ ਆਉਂਦਾ ਕਹਿੰਦੇ ਨੇ ਪਿੰਡੂ ਪ੍ਰੋਟੈਕਸ਼ਨ। ਤੇ ਇਹ ਕੀ ਚੱਕਰ ਹੈ? ਤੁਸੀਂ ਪੜ੍ਹਾਉਂਦੇ ਹੋ ਉੱਤੇ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਸਾਇੰਸ? ਮੈਂ ਉਰਦੂ ਪੜ੍ਹਾਨੀ ਆ। ਅੱਛਾ, ਪਰ ਮੈਂ ਪੜ੍ਹਾਉਂਦੀ ਪੰਜਾਬੀ ਚ। ਅੱਛਾ, ਮੈਂ ਬੋਲਦੀ ਪੰਜਾਬੀ ਉੱਥੇ ਵੀ ਜ਼ਿਆਦਾ ਹੀ ਆ। ਅੱਛਾ, ਮਤਲਬ ਮੈਨੂੰ ਈਜ਼ੀ ਲੱਗਦਾ ਆਪਣੀ ਜ਼ੁਬਾਨ ਚ ਬੋਲਣਾ। ਤੇ ਜਿਹੜੇ ਤੁਹਾਡੇ ਕੋਲ ਪੜ੍ਹਨ ਵਾਲੇ ਬੱਚੇ ਨੇ ਉਹ ਤੁਹਾਡਾ ਮਜ਼ਾਕ ਤੇ ਜ਼ਰੂਰ ਉਡਾਉਂਦੇ ਹੋਣਗੇ ਕਿ ਇਹ ਕੀ ਸਾਨੂੰ ਉਰਦੂ ਦੀ ਜਗ੍ਹਾ ਪੰਜਾਬੀ ਦੇ ਵਿੱਚ ਲੈਕਚਰ ਸੁਣਨਾ ਪੈ ਰਿਹਾ ਹੈ। ਨਹੀਂ, ਉਹਨਾਂ ਨੂੰ ਬਲਕਿ ਉਹ ਹਿੱਸੇ ਮਜ਼ਾਕ ਉਹਨਾਂ ਦੀ ਤੇਜ਼ ਹੋ ਜਾਂਦੀ ਹੋਏਗੀ, ਫਿਰ ਤੁਹਾਡੇ ਨਾਲ ਉਹ ਫ੍ਰੀ ਵੀ ਹੁੰਦੇ ਹੋਣਗੇ। ਮੇਰੇ ਬੱਚੇ ਦਾ ਇੰਜ ਨੇ ਨਾ ਜਿੱਦਾਂ ਮੇਰੇ ਛੋਟੇ ਭੈਣ ਤੁਸੀਂ ਜਾਂਦੇ ਆ ਪਹਿਲੇ ਸਭ ਤੋਂ ਪਹਿਲੇ ਕਲਾਸ ਚ ਐਂਟਰੀ ਪਾ ਕੇ ਗਾਲ ਕੱਢਦੇ ਹੋਗੇ? ਨਹੀਂ, ਗਾਲ ਤਾਂ ਮੈਂ ਨਹੀਂ, ਬਾਹਰ ਗਾਲ ਮੈਂ ਉਦੋਂ ਕੱਢਦੀ ਜਦੋਂ ਕਿਉਂਕਿ ਪੰਜਾਬੀਆਂ ਨੂੰ ਸਮਝ ਹੀ ਉਦੋਂ ਆਉਂਦੀ ਜਦੋਂ ਗਾਲ ਵੱਢੋ। ਹਾਂ, ਉਹ ਅਸਲ ਜੋ ਗਾਲਾਂ ਨਾ ਸਮਝਦੇ ਨੇ ਨਾ। ਹਾਂ, ਇਹ ਗੱਲ ਠੀਕ ਹੈ। ਵੈਸੇ ਮੈਂ ਦੱਸਦੀ ਕਿਹੜੀ ਕਲਾਸ ਦਾ ਰੋਲਾ ਇਹ, ਉਹਨਾਂ ਬੱਚਿਆਂ ਦਾ ਰੋਲਾ ਜਿਨ੍ਹਾਂ ਨੂੰ ਘਰ ਚ ਹਰ ਟਾਈਮ ਗਾਲਾਂ ਪੈਂਦੀਆਂ ਨੇ। ਅੱਛਾ, ਕਿਉਂਕਿ ਪੰਜਾਬੀਆਂ ਚ ਗਾਲਾਂ ਦੇਖੋ ਸਾਡੇ ਪੇਰੈਂਟਸ ਪੈਂਦੀਆਂ ਹੀ ਪੈਂਦੀਆਂ ਨੇ। ਪੰਜਾਬੀਆਂ ਨੂੰ ਨਹੀਂ, ਤੁਹਾਡਾ ਕੋਈ ਮਿੱਤਰ ਹੋਵੇ, ਕੋਈ ਬਟਿਆਰ ਹੋਵੇ, ਜਿਹੜਾ ਹੋਵੇ ਉਹਨੇ ਗਾਲ ਤੋਂ ਸ਼ੁਰੂ ਕਰਨਾ, ਇਹ ਗੱਲ ਹੈ। ਅੱਛਾ, ਇਹ ਵੀ ਰੋਲਾ ਬਣ ਗਿਆ ਹੋਇਆ ਨਾ ਕਿ ਸਾਨੂੰ ਲੱਗਦਾ ਕਿ ਬੜਾ ਕੂਲ ਲੱਗਦੇ ਆ ਅਸੀਂ ਗਾਲ ਕੱਢਦੇ ਹਾਂ। ਇਵਨ ਮੈਂ ਆਪ ਵੀ ਕੱਢਦੀ ਹਾਂ। ਸਾਡਾ ਕਲਚਰ ਹੈ ਨਾ ਥੋੜਾ ਜਿਹਾ, ਸਾਨੂੰ ਇੰਜ ਲੱਗਦਾ ਹੈ ਨਾ, ਅਦਰਵਾਈਜ਼ ਤਾਂ ਬੁਰੀ ਗੱਲ ਹੈ ਨਾ, ਅਸੀਂ ਗਾਲਾਂ ਕਿਉਂ ਕੱਢਦੇ ਹਾਂ? ਗਾਲ ਤੇ ਬੁਰੀ ਹੈ ਵੇ, ਲੇਕਿਨ ਸਾਨੂੰ ਘਰਾਂ 'ਚ ਵੀ ਆਦਤ ਪੈ ਗਈ ਹੋਈ ਹੈ। ਮਤਲਬ ਨਾਰਮਲੀ ਗੱਲ ਕਰਦੇ ਹੋਏ ਉਰਦੂ 'ਚ ਜਾਂ ਤੇ ਗਾਲਾਂ ਕੱਢਨੇ ਨਹੀਂ ਹੈਗੀਆਂ ਨੇ। ਓਏ ਹੋਏ ਹੋਏ, ਜਿਹੜਾ ਮੈਂ ਉਰਦੂ ਸਪੀਕਿੰਗ ਨੂੰ ਗਾਲਾਂ ਕੱਢਦੇ ਵੇਖਿਆ। ਅੱਛਾ, ਪ੍ਰੋਪਰ ਦਿੱਲੀ ਦੇ ਮਾਈਗ੍ਰੇਟਡ ਲੋਕ ਨੇ ਇੱਥੇ, ਕੋਈ ਲਖਨਊ ਦੇ ਮਾਈਗ੍ਰੇਟ ਇੱਥੇ ਆਏ ਬੈਠੇ ਨੇ। ਪਰ ਜਦੋਂ ਇੱਕ ਤਾਂ ਉਹਨਾਂ ਦੇ ਮੈਨੂੰ ਹੈਰਾਨ ਨਹੀਂ ਹੋਏਗੀ, ਆਪਣੇ ਆਪ ਨੂੰ ਹਮ ਕਹਿਣਗੇ, ਮਾਂ ਪਿਓ ਨੂੰ ਕਹਿਣਗੇ ਤੁਮ। ਮੈਂ ਕਿਹਾ ਮੈਂ ਆਪਣੀ ਮਾਂ ਨੂੰ ਤੁਮ ਕਵਾਂ, ਜੁੱਤੀ ਲਾ ਲੈਂਦੀ ਮੇਰੀ ਮਾਂ। ਕਹਿੰਦੇ ਤੈਨੂੰ ਮੈਂ ਹੀ ਸਿਖਾਇਆ, ਠਹਿਰ ਜਾ ਤੂੰ। ਅੱਛਾ, ਮਤਲਬ ਡਿਫਰੈਂਸ ਹੈ, ਮਤਲਬ ਇਹ ਵੀ ਕਲਚਰ ਦਾ ਕੋਈ ਡਿਫਰੈਂਸ ਹੈ। ਇਹ ਬੋਲੀ ਦਾ ਬਹਰਾਲ ਉਹਨਾਂ ਦੀ ਮਰਜ਼ੀ, ਲੇਕਿਨ ਉਹਨਾਂ 'ਚ ਵੀ ਜਦੋਂ ਗਾਲਾਂ ਦੀ ਵਾਰੀ ਆਉਂਦੀ ਹੈ, ਜਿਹਨੇ ਗਾਲ ਕੱਢਣੀ ਹੈ ਉਹਨੇ ਉਰਦੂ 'ਚ ਵੀ ਭਾਰੀ ਗਾਲ ਹੀ ਕੱਢਣੀ ਹੈ, ਉਹਨੇ ਅਗਲੇ ਦੇ ਕੰਨ ਲਾਲ ਕਰ ਹੀ ਦੇਣੇ ਨੇ। ਇੰਜ ਨਹੀਂ ਹੁੰਦਾ, ਮਤਲਬ ਹਰ ਜ਼ਬਾਨ ਦੇ ਗਾਲਾਂ, ਉਹੀ ਗੱਲ ਸਮਝਣ ਦਾ ਮਜ਼ਾ ਹੈ। ਤੁਹਾਨੂੰ ਬਜ਼ਾਤੇ ਖੁਦ ਉਰਦੂ ਪਸੰਦ ਹੈ, ਪੰਜਾਬੀ ਪਸੰਦ ਹੈ ਜਾਂ ਇੰਗਲਿਸ਼ ਪਸੰਦ ਹੈ, ਕੀ ਪਸੰਦ? ਅੱਛਾ, ਮੈਂ ਹੁਣ ਇਹ ਵੀ ਦੱਸਾਂ, ਮੈਨੂੰ ਨਾ ਲਿਟਰੇਚਰ ਪਸੰਦ ਸੀ ਸ਼ੁਰੂ ਤੋਂ ਨਾ। ਤੁਸੀਂ ਸੋਚਦੇ ਉਰਦੂ 'ਚ ਹੋ ਜਾਂ ਪੰਜਾਬੀ 'ਚ ਹੋ? ਮੈਂ ਪੰਜਾਬੀ ਸੋਚਦੀ ਹਾਂ। ਅੱਛਾ, ਬੋਲਦੇ ਉਰਦੂ 'ਚ? ਬੋਲਦੀ ਮੈਂ ਉਰਦੂ, ਮਜਬੂਰੀ ਹੈ ਨਾ। ਅਸੀਂ ਜਿੱਥੇ ਹੈਗੇ ਆ, ਮੇਰੇ ਸਾਹਮਣੇ ਮਤਲਬ ਅਗਰ ਮੇਰਾ ਪ੍ਰਿੰਸੀਪਲ ਹੈ ਤੇ ਮੈਂ ਉੱਥੇ ਇੱਕ ਆਫਿਸ ਦੀ ਜ਼ੁਬਾਨ ਉਰਦੂ ਹੈ, ਉੱਥੇ ਉਰਦੂ 'ਚ ਗੱਲ ਕਰਾਂਗੇ। ਉਹਨਾਂ ਦੀ ਵੈਸੇ ਗ੍ਰੇਟਨੈਸ ਹੈ, ਉਹ ਵੀ ਪੰਜਾਬੀ ਬੋਲਦੇ। ਲਾਹੌਰ 'ਚ ਆ ਕੇ ਮੈਨੂੰ ਬੜਾ ਮਜ਼ਾ ਆ ਰਿਹਾ ਹੈ। ਮੈਂ ਜਦੋਂ ਪਿੰਡੀ ਸੀ ਨਾ, ਪਿੰਡੀ ਉਰਦੂ ਬੋਲ ਬੋਲ ਕੇ ਮੇਰਾ ਪੰਜਾਬੀ ਦਾ ਲਹਿਜਾ ਖਰਾਬ ਹੋ ਗਿਆ ਸੀ। ਤੇ ਜਦੋਂ ਦੀ ਮੈਂ ਲਾਹੌਰ ਆਈ ਹਾਂ, ਉੱਥੇ ਬੱਚੇ ਵੀ ਪੰਜਾਬੀ ਸੁਣ ਲੈਂਦੇ, ਸਮਝ ਲੈਂਦੇ ਨੇ। ਮੇਰੇ ਕੋਲੀਗਸ ਵੀ ਸਾਰੇ ਪੰਜਾਬੀ। ਉਸ ਤੋਂ ਬਾਅਦ ਚਾਂਸ ਚੈਨਲ 'ਚ ਜਿਹੜਾ ਮੈਨੂੰ ਕੰਮ ਮਿਲਿਆ ਉਹ ਵੀ ਪੰਜਾਬੀ ਸੀ। ਜਿਹਨੂੰ ਕਹਿੰਦੇ ਨਾ ਕਿ ਮੈਂ ਰੂਹ ਤੱਕ ਮੈਨੂੰ ਸਕੂਨ ਹੋ ਗਿਆ ਕਿ ਮੇਰੀ ਜ਼ਬਾਨ ਹੈ, ਮੂੰਹ ਵਿੰਗਾ ਨਹੀਂ ਹੁੰਦਾ, ਲਫ਼ਜ਼ਾਂ ਦੀ ਥੋੜ ਨਹੀਂ ਪੈਂਦੀ। ਬੁਲਵਾਈ ਜਾਓ ਤੁਸੀਂ ਮੈਨੂੰ, ਕੋਈ 4 ਘੰਟੇ ਤੁਸੀਂ ਮਾਈਕ ਤੇ ਖੜਾ ਕਰ ਦੋ, ਪੰਜਾਬੀ ਬੋਲਣੀ ਹੋਵੇ। ਤੁਹਾਨੂੰ ਪਤਾ ਪੰਜਾਬੀ ਐਡੀ ਸੌਖੀ ਨਹੀਂ? ਪਤਾ ਨਹੀਂ, ਬੜੀ ਢਾਡੀ ਜ਼ਬਾਨ ਹੈ। ਅਸੀਂ ਉਤੂ ਬੋਲਦੇ ਆ ਨਾ ਪੰਜਾਬੀ ਦੇ ਲਫ਼ਜ਼, ਤੇ ਜਿਹੜੇ ਗੂੜੇ ਲਫ਼ਜ਼ ਨੇ ਨਾ,
ਪੰਜਾਬੀ ਸ਼ਾਇਰਾਂ ਨੂੰ ਪੜ੍ਹਨ ਲੱਗ ਪਓ ਨਾ ਤੇ ਕਈ ਲਫ਼ਜ਼ਾਂ ਦੀ ਸਮਝ ਹੀ ਨਹੀਂ ਆਉਂਦੀ। ਹਾਂ ਉਹਨਾਂ ਦੀ ਤਾਂ ਵਾਕਈ ਨਹੀਂ, ਉਹ ਤਾਂ ਅੱਲਾ ਭਲਾ ਕਰੇ, ਸਾਡੇ ਵੱਡੇ ਹੈਗੇ ਨੇ, ਮੈਂ ਆਪਣੇ ਅੱਬੂ ਦਾ ਬੜਾ ਦਿਮਾਗ ਖਾਂਦਾ। ਅਸੀਂ ਉੱਤੋਂ ਜਿਹੜੀ ਸਿੱਖੀ ਹੈ ਨਾ ਤੇ ਅਸੀਂ ਸਮਝਦੇ ਸਾਨੂੰ ਸਹੀ ਪੰਜਾਬੀ ਆਉਂਦੀ। ਤੁਸੀਂ ਸ਼ਿਵ ਕੁਮਾਰ ਬਟਾਲਵੀ ਨੂੰ ਹੀ ਪੜ੍ਹ ਲਓ, ਕਿੰਨੇ ਲਫ਼ਜ਼ ਨਹੀਂ ਆਉਂਦੇ ਸਾਨੂੰ। ਪੰਜਾਬੀ ਦਾ ਜੇ ਤੁਸੀਂ ਮਜ਼ਮੂਨ ਰੱਖਦੇ ਹੋ ਨਾ ਤੇ ਉਹਦੇ ਵਿੱਚ ਤੁਸੀਂ ਜਦੋਂ ਠੇਠ ਪੰਜਾਬੀ ਦੇ ਲਫ਼ਜ਼ ਬੋਲਦੇ ਹੋ ਨਾ ਤੁਸੀਂ ਹੈਰਾਨ ਹੁੰਦੇ ਹੋ ਕਿ ਇਹ ਤੇ ਲਫ਼ਜ਼ ਹੀ ਅਸੀਂ ਪਹਿਲੀ ਦਫਾ ਸੁਣੇ ਆ। ਪਹਿਲੀ ਦਫਾ ਸੁਣਾ, ਕਈ ਦਫਾ ਹੋਈ ਹੈ, ਕਈ ਦਫਾ ਹੋਈ ਹੈ। ਤੇ ਇੰਝ ਹੀ ਉਰਦੂ ਦੇ ਨਾਲ ਵੀ ਹੈ। ਅਸੀਂ ਜੇ ਜ਼ਬਾਨ ਦੇ ਸਹੀ ਲਫ਼ਜ਼ਾਂ ਨੂੰ ਸਮਝ ਲਈਏ ਨਾ ਤੇ ਫਿਰ ਜ਼ਬਾਨ ਦਾ ਹੁਸਨ ਆਉਂਦਾ ਹੈ ਸਾਹਮਣੇ। ਤੇ ਇਹ ਸਿਰਫ ਬੋਲਣਾ ਉੱਤੋਂ ਬੋਲਣਾ, ਦੇਖੋ ਕਮਿਊਨੀਕੇਸ਼ਨ ਦੀ ਜ਼ੁਬਾਨ ਹੋਰ ਹੁੰਦੀ ਹੈ ਨਾ। ਅਗਰ ਤੁਸੀਂ ਲਿਖੋਗੇ ਨਾ, ਲਿਖਣ ਵਿੱਚ ਤੁਸੀਂ ਮੁਸ਼ਕਿਲ ਅਲਫਾਜ਼ ਇਸਤੇਮਾਲ ਕਰ ਸਕਦੇ ਹੋ, ਤੁਸੀਂ ਉਹਦੇ ਚ ਲਫ਼ਜ਼ ਬਣਾ ਸਕਦੇ ਹੋ, ਸਾਡੇ ਕੋਲ ਸੋਚਣ ਦਾ ਪ੍ਰੋਸੈਸ ਕਰਨ ਦਾ ਟਾਈਮ ਮਿਲ ਜਾਂਦਾ ਹੈ। ਬੋਲਣ ਦੀ ਜ਼ੁਬਾਨ ਹਮੇਸ਼ਾ ਸਾਦਾ ਹੁੰਦੀ ਹੈ, ਹਮੇਸ਼ਾ। ਅਵਾਮੀ ਜ਼ੁਬਾਨ ਉਹ ਜਿਹੜੀ ਸਾਦਾ ਹੈ। ਤੁਸੀਂ ਚਾਹੁੰਦੇ ਤੁਹਾਡੀ ਗੱਲ ਜ਼ਿਆਦਾ ਲੋਕ ਸਮਝਣ, ਤੁਸੀਂ ਸਾਦਾ ਜ਼ੁਬਾਨ ਚ ਗੱਲ ਕਰੋ। ਲਿਖੋ ਜੀ, ਅਗਰ ਤੁਸੀਂ ਲਿਖਣੀ ਤਹਿਰੀਰ ਲਿਖਣੀ ਹੈ, ਦੂਜੇ ਦੇ ਦਿਲ ਦੇ ਵਿੱਚ ਉਤਰਨਾ ਹੈ ਤੇ ਦਿਲਾਂ ਨੂੰ ਚੀਰਨਾ ਹੈ, ਦਿਲਾਂ ਦੇ ਵਿੱਚ ਰੰਗ ਪਾਣਾ ਹੈ, ਤੇ ਫਿਰ ਤੁਹਾਨੂੰ ਕੁਝ ਹਟ ਕੇ ਕਰਨਾ ਤੇ ਪਏਗਾ। ਫਿਰ ਉਹ ਲਿਖਦੇ ਹੋਏ ਹੋਰ ਗੱਲ ਹੈ ਨਾ, ਉਹੀ ਗੱਲ ਹੈ। ਅਗਰ ਮੈਂ ਬੋਲਾਂਗੀ, ਤੁਸੀਂ ਮਾਸ਼ਰੇ ਤਬਦੀਲ ਕਰਨੇ ਨੇ, ਮਾਹੌਲ ਤਬਦੀਲ ਕਰਨੇ ਨੇ, ਤੇ ਫਿਰ ਤੇ ਤੁਹਾਨੂੰ ਕੁਝ ਕਰਨਾ ਹੀ ਪਏਗਾ। ਫਿਰ ਉਹੀ ਗੱਲ, ਰਿਟਨ ਜਿਹੜੀ ਹੈ ਨਾ ਕਮਿਊਨੀਕੇਸ਼ਨ ਦਾ ਅਸੂਲ ਹੈ। ਕਮਿਊਨੀਕੇਸ਼ਨ ਬਕਾਇਦਾ ਹੁਣ ਸਬਜੈਕਟ ਦੇ ਤੌਰ ਤੇ ਪੜਾਇਆ ਜਾਂਦਾ ਹੈ। ਮਤਲਬ ਕਮਿਊਨੀਕੇਸ਼ਨ ਸਟੱਡੀਜ਼ ਦੇ ਵਿੱਚ ਤੁਹਾਨੂੰ ਜਿਹੜੇ ਬੱਚੇ ਕੋਈ ਮੈਥਸ ਕਾਮ ਕੀਤੇ ਉਹ ਦੱਸਦੇ ਨੇ ਸਾਨੂੰ, ਉਹਦੇ ਚ ਇਹੀ ਹੁੰਦਾ ਕਿ ਲਿਖਣ ਵਾਲੀ ਜ਼ੁਬਾਨ ਡਿਫਰੈਂਟ ਹੈ, ਬੋਲਣ ਵਾਲੀ ਇਹੀ ਹੈ ਸਾਦਾ। ਅਸੀਂ ਸਾਦਾ ਜ਼ੁਬਾਨ ਚ ਗੱਲ ਕਰਾਂਗੇ ਤਾਂ ਕਿ ਕਨਵੇ ਹੋਵੇ, ਇਬਲਾਗ ਹੋਵੇ ਸਾਡੀ ਗੱਲ ਦਾ। ਪਾਕਿਸਤਾਨ ਚ ਪੰਜਾਬੀ ਦਾ ਫਿਊਚਰ ਕੀ ਦੇਖਦੇ ਪਏ ਹੋ? ਦੇਖੋ ਪਹਿਲੇ ਤਾਂ ਨਜ਼ਰ ਨਹੀਂ ਸੀ ਆਉਂਦਾ ਹੁੰਦਾ। ਅੱਲਾ ਭਲਾ ਕਰੇ ਜਦੋਂ ਦਾ ਪੰਜਾਬੀ ਚੈਨਲ ਸ਼ੁਰੂ ਹੋਏ ਨੇ YouTube ਦੀ ਵਜ੍ਹਾ ਨਾਲ, ਮੈਂ ਇਹ ਵੀ ਪੰਜਾਬੀ ਚੈਨਲ ਮਹਦੂਦ ਨਹੀਂ ਕੀ? ਤੁਹਾਡਾ ਕੀ ਖਿਆਲ ਹੈ? ਪੰਜਾਬ ਤੱਕ, ਪੂਰੇ ਏਸ਼ੀਆ ਤੱਕ ਦੇਖੋ ਜੀ, ਕਈ ਇਲਾਕੇ ਨੇ ਜਿਵੇਂ ਕੈਨੇਡਾ ਦੇ ਵਿੱਚ ਪੰਜਾਬੀ ਚੱਲ ਜਾਂਦੀ ਹੈ, PhD ਉੱਥੇ ਲੋਕੀ ਕਰਨ ਜਾਂਦੇ ਨੇ, UK ਚ ਵੀ PhD ਵਗੈਰਾ ਹੁੰਦੀ ਹੈ, ਪਤਾ ਨਹੀਂ ਇੰਡੀਆ ਚ ਹੁੰਦੀ ਹੈ ਜਾਂ ਪਾਕਿਸਤਾਨ ਚ ਪੰਜਾਬ ਚ ਹੁੰਦੀ ਹੈ, ਇਹਦਾ ਨਹੀਂ ਮੈਨੂੰ ਪਤਾ। PhD ਦੀ ਵੀ ਪੰਜਾਬੀ ਚ ਵੀ PhD ਹੁੰਦੀ ਹੈ। ਹਾਂ ਹੁੰਦੀ ਹੈ। ਤੇ ਤੁਹਾਡਾ ਕੀ ਖਿਆਲ ਹੈ, ਇਹਦਾ ਅਰੂਜ ਜਾ ਰਿਹਾ, ਅਰੂਜ ਦੀ ਤਰਫ ਜਾ ਰਹੇ ਹਾਂ ਜਾਂ ਅਸੀਂ ਜ਼ਵਾਲ ਦੀ ਤਰਫ ਜਾ ਰਹੇ ਹਾਂ? ਅਸੀਂ ਅਰੂਜ ਵੱਲ ਜਾ ਰਹੇ ਹਾਂ, ਕਿਉਂਕਿ ਦੇਖੋ ਕੋਈ ਵੀ ਜ਼ੁਬਾਨ ਉਦੋਂ ਬਚਦੀ ਹੈ ਜਦੋਂ ਉਹਦੇ ਨਾਲ ਨਾ ਤੁਹਾਡੀ ਰੋਜ਼ੀ ਜੁੜ ਜਾਂਦੀ ਹੈ। ਅੱਛਾ, ਪਹਿਲੇ ਅਸੀਂ ਪੰਜਾਬੀ ਨੂੰ ਬਿਲਕੁਲ ਹੀ ਇਗਨੋਰ ਕਰ ਦਿੱਤਾ ਹੋਇਆ ਸੀਗਾ। ਜਦੋਂ ਦਾ YouTube ਤੇ ਕੁਝ ਪੰਜਾਬੀ ਸਾਡੇ ਵਲੌਗਰ, ਕੁਝ ਪੰਜਾਬੀ ਪੋਡਕਾਸਟਰ ਹਿੱਟ ਹੋਏ ਨੇ ਨਾ, ਉਦੋਂ ਯਕਦਮ ਸਾਰੇ ਚੈਨਲਸ ਨੂੰ ਸਮਝ ਆਈ ਕਿ ਉਹ ਪੰਜਾਬੀ ਤਾਂ ਚੁੱਕੇ ਆਵਾਮ ਦੀ ਜ਼ੁਬਾਨ ਹੈ। ਸਾਰਾ ਕੁਝ ਇੰਜ ਵੀ ਲੈ ਲਓ ਕਿ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲਾ ਪ੍ਰੋਗਰਾਮ ਤੁਹਾਡੇ ਨਾਲ ਪੰਜਾਬੀ ਚ ਕਰ ਰਹੇ ਹਾਂ। ਤੁਹਾਡੇ ਤੋਂ ਅਸੀਂ ਆਗਾਜ਼ ਕਰ ਦਿੱਤਾ ਹੈ। ਤੁਹਾਨੂੰ ਜਦੋਂ ਚੈਨਲ ਤੇ ਅਸੀਂ ਬੋਲਦੇ ਦੇਖਿਆ ਤੇ ਤੁਹਾਡੇ ਬੋਲਣ ਦੇ ਰੰਗ ਦੇ ਵਿੱਚ ਤੁਹਾਡੀ ਖੁਸ਼ਬੂ ਆਈ ਪੰਜਾਬ ਦੀ, ਤੇ ਅਸੀਂ ਮਜਬੂਰ ਹੋ ਗਏ ਕਿ ਤੁਹਾਨੂੰ ਬੁਲਾਈਏ। ਤੇ ਕਿੰਨਾ ਕਰੂਜ ਹੈ ਪਾਕਿਸਤਾਨ ਚ ਪੰਜਾਬੀ ਦਾ? ਹੱਲੇ ਤਾਂ ਨਹੀਂ ਹੈ, ਲੇਕਿਨ ਅੱਗੇ ਨਜ਼ਰ ਆਉਂਦਾ ਹੈ। ਉਹੀ ਗੱਲ ਹੈ ਕਿ ਕਿੱਥੋਂ ਰੋਜ਼ੀ ਰੋਟੀ ਮਿਲ ਸਕਦੀ ਪੰਜਾਬੀ ਬੋਲ ਕੇ? YouTube ਤੋਂ। YouTube ਦੇ ਵਿੱਚ ਤੇ ਹਰ ਮੌਜੂ ਦੇ ਉੱਤੇ ਮਿਲ ਜਾਂਦੀ ਪੰਜਾਬੀ, ਕਿਉਂ? ਜਾਂ YouTube ਦੇ ਉੱਤੇ ਤੇ ਪੰਜਾਬੀ ਮਹਦੂਦ ਨਹੀਂ, ਸਿਰਫ ਪੰਜਾਬ ਤੱਕ? ਦੇਖੋ ਇਸ ਤੋਂ ਪਹਿਲੇ ਨਹੀਂ, ਪੰਜਾਬ ਤੱਕ ਮਹਦੂਦ ਨਹੀਂ, ਪੰਜਾਬੀ ਲੋਕ ਸਮਝ ਲੈਂਦੇ ਨੇ। ਸਿੰਧ ਲੋਕ ਤਾਂ ਸਿੰਧੜੀ ਬੋਲਣਗੇ ਨਾ। ਨਹੀਂ, ਸਿੰਧੜੀ ਸਾਡੀ ਜ਼ੁਬਾਨ ਸਮਝਦੇ ਨੇ। ਤੁਸੀਂ ਕਰਾਚੀ ਗਏ ਹੋਵੋਗੇ, ਅੱਛਾ, ਉਹ ਤੁਸੀਂ ਪੰਜਾਬੀ ਬੋਲ ਕੇ ਦੇਖਣਾ, ਉਹ ਤਾਂ ਪੰਜਾਬੀਆਂ ਨੂੰ ਚੰਗਾ ਨਹੀਂ ਸੁਣਿਆ ਸਮਝਦੇ, ਉਹ ਤਾਂ ਕੋਈ ਵੀ ਨਹੀਂ ਸਮਝਦਾ। ਅੱਛਾ, ਪੰਜਾਬੀਆਂ ਨੂੰ ਕੌਣ ਸਮਝਦਾ? ਤੁਸੀਂ ਬਲੋਚਿਸਤਾਨ ਜਾਓ ਤਾਂ ਅਗਲੇ ਉੱਥੇ ਤੁਹਾਡੀ ਜਾਨ ਨੂੰ ਖਤਰਾ ਹੈ। ਤੁਸੀਂ ਸਿੰਧ ਵਾਲੇ ਪਾਸੇ ਚਲੇ ਜਾਓ, ਉਹ ਕਹਿੰਦੇ ਅੱਛਾ ਪੰਜਾਬੀ ਆਇਆ। ਫਰਕ ਕਿਹਨੇ ਪਾਇਆ? ਜ਼ਬਾਨ ਨੇ ਪਾਇਆ ਜਾਂ ਸਾਡੀਆਂ ਹਰਕਤਾਂ ਨੇ ਪਾਇਆ? ਫਿਰ ਮੈਂ ਕਹੂੰਗੀ ਸਾਡੇ ਵੱਡਿਆਂ ਨੇ ਪਾਇਆ। ਤੇ ਵੱਡੇ ਕਿਹੜੇ? ਮੈਂ ਆਪਣੇ ਘਰ ਵਾਲੇ ਵੱਡਿਆਂ ਦੀ ਗੱਲ ਤਾਂ ਅਫਕੋਰਸ ਨਹੀਂ ਕਰ ਰਹੀ, ਤੇ ਬਾਕੀ ਵੱਡਿਆਂ ਦਾ ਮੈਂ ਨਾਮ ਨਹੀਂ ਲੈਣਾ। ਨਹੀਂ ਤੇ ਲੈਂਡ ਕੀ ਡਰ ਲੱਗਦਾ ਸਾਨੂੰ? ਹਾਂ, ਮੇਰੀ ਨੌਕਰੀ ਜਾਂਦੀ ਹੈ ਨਾ, ਸਰਕਾਰੀ ਨੌਕਰੀ ਹੈ। ਸਰਕਾਰੀ ਨੌਕਰੀ? ਹਾਂ, ਉਹ ਜਾਂਦੀ ਹੈ। ਸਰਕਾਰ ਦੇ ਹਜੇ ਵੀ ਅਸੀਂ ਮੁਹਤਾਜ ਹਾਂ। ਅਫਕੋਰਸ ਹੈਗੇ ਆ। ਕੀ ਕਰੀਏ? ਸਾਡੀ ਰੋਜ਼ੀ ਰੋਟੀ ਸਰਕਾਰ ਨਾਲ ਜੁੜੀ ਆ। ਸਰਕਾਰ ਨਾਲ ਜੁੜੀ, ਤੇ ਸਰਕਾਰ ਇਹ ਸਾਰਾ ਕੰਮ ਕਰਦੀ ਹੈ? ਸਰਕਾਰਾਂ ਹੀ ਕਰਦੀਆਂ ਨੇ। ਸਰਕਾਰ ਨੂੰ ਤਾਂ ਜੋੜਨਾ ਚਾਹੀਦਾ ਸੀ, ਉਹਨਾਂ ਨੇ ਨਹੀਂ ਜੋੜਿਆ। ਹੁਣ ਅਸੀਂ ਉਹਨਾਂ ਦੇ ਪਿੱਛੇ ਪਏ ਹੋਏ ਨਾ। ਹੁਣ ਤਾਂ ਤਹਿਰੀਕਾਂ ਚੱਲ ਪਈਆਂ ਨਾ। ਹੁਣ ਅਸੀਂ ਤਾਂ ਇਹ ਕਹਿ ਰਹੇ ਹਾਂ, ਸਾਡੇ ਵਰਗੇ ਲੋਕ, ਕਿ ਭਾਈ 5ਵੀਂ ਕਲਾਸ ਤੱਕ ਸਿਲੇਬਸ ਵਿੱਚ ਪੰਜਾਬੀ ਸ਼ਾਮਿਲ ਕੀਤੀ ਜਾਏ, ਜਿਵੇਂ ਸਿੰਧ ਚ ਹੈ, ਜਿਵੇਂ ਖੈਬਰ ਪਖਤੂਨਖਵਾ। ਪੰਜਾਬੀ ਜਦੋਂ ਜਾਂਦੇ ਨੇ ਬਲੋਚਿਸਤਾਨ ਦੇ, ਉੱਥੇ ਉਹਨਾਂ ਨੂੰ ਗੱਡੀਆਂ 'ਚ ਕੱਢ ਕੇ ਮਾਰ ਦਿੰਦੇ ਨੇ, ਉਹਨਾਂ ਦੀਆਂ ਧੌਣਾਂ ਲਾ ਦਿੰਦੇ ਨੇ। ਇਹ ਕਿਉਂ? ਪਤਾ ਹੀ ਹੈ ਤੁਹਾਨੂੰ ਕਿਉਂ? ਕੀ ਵਜ੍ਹਾ ਹੋਵੇ? ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਪੰਜਾਬੀ ਉਹਨਾਂ ਦਾ ਹੱਕ ਖਾਈ ਬੈਠਾ ਹੈ, ਉਹਨਾਂ ਦਾ ਜ਼ੁਲਮ ਪੰਜਾਬੀ ਕਰ ਰਿਹਾ। ਹਾਲਾਂਕਿ ਉਹ ਆਮ ਪੰਜਾਬੀ ਥੋੜੀ ਕਰ ਰਿਹਾ, ਅਸੀਂ ਥੋੜੀ ਕਰ ਰਹੇ ਹਾਂ। ਸਾਡਾ ਤਾਂ ਕੋਈ ਕਸੂਰ ਨਹੀਂ। ਪੰਜਾਬੀ ਤਾਂ ਭੁੱਖੇ ਮਰਦੇ ਪਏ। ਪੰਜਾਬੀਆਂ ਨੌਕਰੀਆਂ ਨਹੀਂ ਮਿਲਣ ਰਹੀਆਂ। ਸਾਡੇ ਬੱਚੇ ਪੜ੍ਹ ਜਾਣ ਤਾਂ ਨੌਕਰੀ ਨਹੀਂ ਹੈਗੀ, ਨਾ ਪੜ੍ਹਨ ਤਾਂ ਘਰ ਚ ਵਿਚਾਰਿਆਂ ਨੂੰ ਕੋਈ ਨਹੀਂ ਰੱਖਦਾ, ਨਾ ਬਾਹਰ ਜੋਗੇ ਨਾ ਘਰ ਜੋਗੇ। ਕੀ ਸਕੋਪ ਹੈ ਪੰਜਾਬੀ ਦਾ? ਮੈਂ ਦੱਸਿਆ ਤਾਂ ਹੈ, ਪੰਜਾਬੀ ਦਾ ਹੀ YouTube
ਲਿਟਰਲੀ ਫਿਲਹਾਲ ਤੁਹਾਡੇ ਕੋਲ YouTube, ਅਗਲਾ ਕੋਈ ਝੂਠ ਬੋਲਣਾ ਹੀ ਨਹੀਂ ਹੈ। ਅੱਛਾ, ਫਿਲਹਾਲ YouTube ਹੈ ਤੁਹਾਡੇ ਕੋਲ ਮੀਡੀਆ ਚ ਹੁਣ ਕੁਝ ਜੌਬਸ ਆਈਆਂ ਨੇ, ਜਿਵੇਂ ਡਿਜੀਟਲ ਮੀਡੀਆ ਦੇ ਵਿੱਚ ਨੇ, ਜਿਵੇਂ ਸੁਣੋ ਪੰਜਾਬ ਚੱਲ ਰਿਹਾ ਹੈ, ਜਿਵੇਂ ਹੁਣ 92 ਨਿਊਜ਼ ਦਾ ਮੈਂ ਸੁਣਿਆ ਉਹਨਾਂ ਨੇ ਪੰਜਾਬੀ ਲਾਂਚ ਕਰਨਾ ਹੈ, ਸਨ ਨਿਊਜ਼ ਚੱਲ ਰਿਹਾ ਹੈ ਤੁਹਾਡੇ ਕੋਲ ਇਸ ਟਾਈਮ, ਸਮਾਂ ਵਾਲਿਆਂ ਨੇ ਕੰਮ ਸ਼ੁਰੂ ਕਰ ਦਿੱਤਾ। ਹੁਣ ਮੀਡੀਆ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਪੰਜਾਬੀ ਆਂਦੀ ਹੈ ਉਹ ਚੱਲ ਸਕਦੇ ਨੇ ਤੇ ਜਾ ਵੀ ਸਕਦੇ ਨੇ। ਤੁਹਾਡੇ ਖਿਆਲ ਚ ਕੌਣ ਸੁਣਨਾ ਪਸੰਦ ਕਰਦਾ ਪੰਜਾਬੀ ਨੂੰ? ਅਸੀਂ, ਤੁਸੀਂ, ਮੇਰੇ ਤਾਂ ਸਾਰੇ ਮਤਲਬ ਗਾਂव ਚ ਜਿੰਨੇ ਵੀ ਲੋਕ ਬੈਠੇ ਨੇ ਉਹ ਸਾਰੇ ਪੰਜਾਬੀ ਵੇਖਦੇ ਨੇ ਖੁਸ਼ ਹੋ ਕੇ। ਪੰਜਾਬੀ ਸੁਣ ਕੇ ਉਹਨਾਂ ਨੂੰ ਚੱਸ ਆਂਦੀ ਹੈ? ਚੱਸ ਆਂਦੀ ਹੈ, ਉਹਨਾਂ ਨੂੰ ਲੱਗਦਾ ਕਿ ਅੱਛਾ ਅਸੀਂ ਰਿਲੇਟ ਕਰ ਰਹੇ ਹਾਂ। ਦੇਖੋ ਸੋਸ਼ਲ ਮੀਡੀਆ ਦਾ ਮਿਜ਼ਾਜ ਬੜਾ ਅਜੀਬ ਹੈ। ਅੱਛਾ, ਜਿੰਨਾ ਤੁਸੀਂ ਕੈਜੂਅਲ, ਜਿੰਨਾ ਤੁਸੀਂ ਉਹਨਾਂ ਦੇ ਅੰਦਾਜ਼ ਵਿੱਚ ਉਹਨਾਂ ਦੇ ਸਾਹਮਣੇ ਆਉਂਦੇ ਹੋ ਨਾ, ਉਹ ਤੁਹਾਨੂੰ ਪਸੰਦ ਕਰਦੇ ਨੇ। ਤੁਸੀਂ ਦੇਖਿਆ ਨਹੀਂ ਕੋਈ ਖੁੱਲ ਕੇ ਬੋਲ ਲੈਂਦਾ ਨਾ ਬੰਦਾ, ਜਟਾਕੇ ਜਿਹਾ ਸਟਾਈਲ ਦਾ ਕੋਈ ਬੰਦਾ ਇੰਜ ਕਰਕੇ ਪੱਗ ਜੀ ਵੱਲ ਕੇ ਬੈਠਾ ਹੋਇਆ ਵਾ, ਪੈਲੀਆਂ 'ਚ ਬੈਠਾ ਹੋਇਆ, ਗੱਲ ਕਰਦਾ ਪਿਆ, ਕੀ ਦੱਸ ਰਿਹਾ ਬਈ ਅੱਜ ਤਾਂ ਬੜੀ ਗਰਮੀ ਪਈ ਹੈ, ਮੈਂ ਤੁਹਾਨੂੰ ਦੱਸਦਾ ਵਾਂ ਮੇਰੇ ਜਿਹੜੇ ਮਾਲ ਡੰਗਰ ਆਏ ਵਿਚਾਰੇ ਫਲਾਣੇ ਪਸ਼ੂਆਂ ਨੂੰ ਐ ਹੋ ਗਿਆ। ਉਹ ਮੇਰੇ ਵਰਗਾ ਵੀ ਰੋਕ ਕੇ ਵੇਖਣ ਲੱਗ ਜਾਂਦਾ ਹੈ ਕਿ ਅੱਛਾ ਯਾਰ ਕਿੰਨਾ ਮਜ਼ਾ ਆ ਰਿਹਾ ਨਾ, ਅਸੀਂ ਤਾਂ ਕਿੰਨਾ ਰਸੋਈ ਗਾਉਂ ਹੀ ਨਹੀਂ। ਇਹ ਕੀ ਗੱਲ ਹੈ ਕਿ ਦੇਸੀ ਸਟਾਈਲ ਦੇ ਵਿੱਚ ਜਾਂ ਇੰਗਲਿਸ਼ ਸਟਾਈਲ 'ਚ ਦੇਸੀ ਗੱਲਾਂ, ਇਹ ਕੋਈ ਵਿੱਚ ਉਹ ਚਾਰ ਜਿਹਾ ਨਹੀਂ ਬਣ ਗਿਆ, ਮਿਕਸ ਜਿਹਾ ਕੰਮ ਨਹੀਂ ਹੋ ਗਿਆ ਤੇ ਪੈਂਟ ਸ਼ਰਟ ਪਾਈਏ ਤੁਸੀਂ ਔਰ ਤੁਸੀਂ ਬੜਾ ਅੰਗਰੇਜ਼ੀ ਸਟਾਈਲ ਦੇ ਵਿੱਚ ਠੇਠ ਪੰਜਾਬੀ ਬੋਲ ਕੇ ਕੀ ਦੱਸਣਾ ਚਾਹੁੰਦੇ ਤੁਸੀਂ ਗੋਰਿਆਂ ਨੂੰ ਜਾਂ ਜਿਹੜੇ ਪੜ੍ਹੇ ਲਿਖੇ ਨੇ, ਤੁਸੀਂ ਕੀ ਚਪੇੜਾ ਮਾਰਨ ਦਾ ਪ੍ਰੋਗਰਾਮ ਤਾਂ ਨਹੀਂ ਬਣਾਇਆ? ਨਹੀਂ, ਦੇਖੋ ਮੈਂ ਸਾੜੀ ਬੰਨੀ ਹੋਈ ਹੈ, ਸਾੜੀ ਹੈ ਉਰਦੂ ਵਾਲਿਆਂ ਦਾ, ਇੰਡੀਆ ਵਾਲਿਆਂ ਦਾ ਮਤਲਬ ਕੌਮੀ ਲਿਬਾਸ। ਉਹ ਕਹਿਣਗੇ ਨਹੀਂ ਇਹਨੇ ਸਾਡੀ ਕੱਪੜੇ ਪਾ ਕੇ ਸਾਡਾ ਸਟਾਈਲ ਬਣਾ ਕੇ ਸਾਨੂੰ ਚਪੇੜਾ ਮਾਰਦੇ ਪਏ ਪੰਜਾਬੀ ਚ। ਅਸਲ ਵਿੱਚ ਨਾ ਗੱਲ ਫਿਰ ਉਹੀ ਆ ਜਾਂਦੀ ਹੈ, ਸੋਚਣਗੇ ਤਾਂ ਸਹੀ ਨਾ, ਉਹ ਸੋਚਦੇ ਰਹਿਣ, ਲੇਕਿਨ ਉਹਨਾਂ ਨੂੰ ਥੋੜਾ ਜਿਹਾ ਅੱਗੇ ਜਾਣਾ ਚਾਹੀਦਾ ਹੈ। ਚੀਜ਼ਾਂ ਬਹੁਤ ਅੱਛਾ, ਬੋਲਣ ਵਾਲਾ ਕੀ ਸੋਚਦਾ ਹੋਏਗਾ ਤੇ ਸੁਣਨ ਵਾਲਾ ਕੀ ਸੋਚਦਾ ਹੋਏਗਾ, ਤੁਹਾਡਾ ਕੀ ਦਿਲ ਮੰਨਦਾ, ਕੀ ਹੁੰਦਾ ਹੋਏਗਾ? ਮੈਂ ਉਹੀ ਤੁਹਾਨੂੰ ਦੱਸਣਾ ਚਾਹ ਰਹੀ ਹਾਂ। ਦੇਖੋ ਕਿ ਅਸੀਂ ਲਿਬਾਸ ਜਿਹੜਾ ਹੁੰਦਾ ਨਾ ਸਾਡੀ ਪਰਸਨਲ ਚੁਆਇਸ ਹੁੰਦੀ ਹੈ, ਠੀਕ ਹੈ ਨਾ। ਮੈਨੂੰ ਸ਼ੌਕ ਹੈ ਸਾੜੀ ਦਾ, ਮੈਂ ਸਾੜੀ ਪਾ ਲਈ, ਤੁਹਾਨੂੰ ਪੈਂਟ ਸ਼ਰਟ ਦਾ ਸ਼ੌਕ ਹੈ ਤੁਸੀਂ ਪਾ ਲਈ, ਤੇ ਅੰਦਰੋਂ ਅਸੀਂ ਪੰਜਾਬੀ ਬੋਲੀ ਜਾ ਰਹੇ ਹਾਂ, ਕਿਉਂ ਨਾ ਬੋਲੀਏ? ਇਹਦਾ ਹੀ ਮਤਲਬ ਕਿੱਥੇ? ਦੇਖੋ ਅਸੀਂ ਮਾਡਰਨ ਹੋ ਗਏ, ਅਸੀਂ ਮਾਪਿਓ ਨੂੰ ਛੱਡ ਦਿੱਤਾ ਨਹੀਂ ਨਾ, ਤੇ ਜ਼ੁਬਾਨ ਵੀ ਅਗਰ ਹੋ ਗਏ ਉਹ ਤੇ ਕਹਿੰਦੇ ਨੇ ਕਿ ਮਾਡਰਨ ਬਣ ਕੇ ਦਿਖਾਓ ਜ਼ਰਾ। ਹਾਂ, ਨਹੀਂ ਮਾਪਿਓ ਨੂੰ ਤਾਂ ਫਿਰ ਵੀ ਨਹੀਂ ਛੱਡੀਦਾ, ਤੇ ਜ਼ੁਬਾਨ ਤਾਂ ਮਾਂ ਹੈ। ਤੇ ਜਿਹੜੇ ਲੋਕੀ ਛੱਡਦੇ ਨੇ ਫਿਰ ਇੰਜ ਲੱਗਦਾ ਕਿ ਇਹ ਫਰਕ ਪਾਉਂਦੇ ਨੇ, ਫਰਕ ਪਾਉਂਦੇ ਨੇ, ਮਤਲਬ ਉਹਨਾਂ ਦਾ ਕੰਪਲੈਕਸ। ਦੋਗਲੀ ਪਾਲਿਸੀ ਕਹਿੰਦੇ, ਬਿਲਕੁਲ ਦੋਗਲੀ ਪਾਲਿਸੀ ਮੈਂ ਕਹਿੰਦੀ ਹਾਂ, ਮੈਂ ਤਾਂ ਮੂੰਹ ਤੇ ਕਹਿ ਦਿੰਦੀ ਹਾਂ ਕਿ ਭਾਈ ਤੁਹਾਡਾ ਕੰਪਲੈਕਸ ਹੈ। ਮੈਂ ਇਹ ਵੀ ਨਹੀਂ ਕਹਿੰਦੀ ਕਿ ਬਾਕੀ ਜ਼ਬਾਨਾਂ ਨਾਲ ਸਿੱਖੋ, ਇਹ ਕਰੋ, ਲੇਕਿਨ ਮੇਰਾ ਇਹ ਕਹਿਣਾ ਜ਼ਰੂਰ ਹੈ ਜਦੋਂ ਅਸੀਂ ਆਪਣਾ ਮਾਂ ਪਿਓ ਦੇ ਉਹ ਸਾਹਮਣੇ ਤੇ ਆਓ। ਹਾਂ, ਜਿਹੜੇ ਲਫ਼ਜ਼ ਬਣਾ ਕੇ ਬੋਲਦੇ ਨੇ ਇਹ ਕੀ ਰੰਗ ਪਾਉਂਦੇ ਨੇ, ਅਸੀਂ ਕੀ ਪਤਾ ਬੜੀ ਤਰੱਕੀ ਕਰ ਗਏ ਆ, ਪੈਸਾ ਬਹੁਤ ਆ ਗਿਆ ਤੇ ਅਸੀਂ ਆਪਣਾ ਸਟਾਈਲ ਹੈ, ਸ਼ਾਇਦ ਉਹਨਾਂ ਦਾ ਬਣ ਗਿਆ ਹੋਇਆ। ਹੁਣ ਮੇਰੇ ਵਰਗੇ ਕੋਲ, ਤੁਹਾਡੇ ਵਰਗਿਆਂ ਕੋਲੋਂ ਨਹੀਂ ਬਣ ਹੁੰਦਾ। ਮੈਂ ਤੁਹਾਨੂੰ ਵੀ ਬੋਲਦੇ ਸੁਣਿਆ, ਜਦੋਂ ਵੀ ਤੁਸੀਂ ਨਾ ਬਣਾਉਂਦੇ ਨਹੀਂ ਲਫ਼ਜ਼ ਨਾ, ਮਤਲਬ ਬੜੇ ਫਲੋਚ ਮਾਸ਼ਾਅੱਲਾ ਬੋਲ ਰਹੇ ਹੁੰਦੇ ਹੋ, ਇਹੋ ਜਿਹੇ ਲੋਕ ਨਾ ਘੱਟ ਹੁੰਦੇ ਆ ਜਿਨ੍ਹਾਂ ਨੂੰ ਨਾ ਲਫ਼ਜ਼ ਬਣਾਉਣ ਦੀ ਲੋੜ ਨਹੀਂ ਪੈਂਦੀ। ਉਹਨਾਂ ਨੂੰ ਉਹਨਾਂ ਦਾ ਅੰਦਾਜ਼, ਤੁਹਾਡੇ ਕੋਲ ਲਫ਼ਜ਼ ਮਾਸ਼ਾਅੱਲਾ ਬਹੁਤ ਨੇ, ਤੁਹਾਡੇ ਕੋਲ ਬੜੀਆਂ ਗੱਲਾਂ ਨੇ, ਤੁਸੀਂ ਆਪਣੀ ਜ਼ਬਾਨ, ਤੁਸੀਂ ਉਰਦੂ ਚ ਵੀ ਬੋਲ ਰਹੇ ਹੋ ਤੇ ਬੜੇ ਸਾਦਾ ਜਿਹੇ ਅੰਦਾਜ਼ ਬੋਲੀ ਜਾ ਰਹੇ ਹੋ। ਤੁਸੀਂ ਇਹ ਵੀ ਦੇਖਿਆ ਹੋਏਗਾ ਕਿ ਬੜੇ ਕੋਈ ਔਖੇ ਲਫ਼ਜ਼ ਬੋਲਣ ਵਾਲੇ ਵੀ ਬੈਠੇ ਹੋਏ ਨੇ ਸਕਰੀਨਾਂ ਦੇ ਉੱਤੇ, ਉਹ ਆਣਗੇ ਆ ਕੇ ਗੱਲ ਹੀ ਪਹਿਲੀ ਸ਼ੁਰੂ ਕਰਨਗੇ, ਐਸੀ ਕਿਸੇ ਔਖੀ ਜੀ ਇਸਤਲਾਹ ਤੋਂ ਸ਼ੁਰੂ ਕਰਨਗੇ, ਬੰਦੇ ਦੇ ਪੱਲੇ ਹੀ ਨਹੀਂ ਪੈਂਦਾ ਕਿ ਭਾਈ ਤੂੰ ਕਹਿਣਾ ਕੀ ਚਾਹ ਰਿਹਾ। ਯਾਨੀ ਜ਼ਬਾਨ ਤੁਹਾਡੇ ਖਿਆਲ ਚ ਜਿਹੜੀ ਵੀ ਹੈ ਉਹ ਸਾਦਗੀ ਪਸੰਦ ਕਰਦੀ ਹੈ? ਸਾਦਗੀ, ਲੋਕ ਵੀ ਸਾਦਗੀ ਹੀ ਪਸੰਦ ਕਰਦੇ। ਉਰਦੂ ਸਾਦਾ ਜ਼ਬਾਨ ਹੈ? ਉਰਦੂ ਸਾਦਾ ਜ਼ੁਬਾਨ ਹੈ, ਅਗਰ ਤੁਸੀਂ ਉਹਨੂੰ ਸਾਦਾ ਕਰਕੇ ਬੋਲੋ ਤੇ ਬੰਦਾ ਵੀ ਸਾਦਾ ਹੋਣਾ ਚਾਹੀਦਾ। ਬੰਦਾ ਵੀ ਸਾਦਾ, ਮੇਰਾ ਖਿਆਲ ਹੈ ਬੰਦੇ ਨੂੰ ਸਾਦਾ ਹੋਣਾ ਚਾਹੀਦਾ, ਲੇਕਿਨ ਬਾਕੀ ਕਿਸੇ ਨੂੰ ਨਹੀਂ ਵੀ ਪਸੰਦ ਹੁੰਦਾ ਸਾਦਾ, ਉਹਦਾ ਆਪਣੀ ਮਰਜ਼ੀ ਹੈ, ਲੇਕਿਨ ਮੈਨੂੰ ਇਹ ਲੱਗਦਾ है कि लोग सादे अच्छे हैं। जिस तरह कहते हैं कि इस्लाम दीन फितरत है, इसी तरह सादगी भी एक फितरत है। अगर आपकी जुबान पंजाबी है या उर्दू है, कोई भी है, अगर आप सादा हैं तो सादगी जो है आपकी ना सिर्फ शख्सियत को उजागर करती है बल्कि आपकी हर आने वाली नस्ल में आपका रंग लेकर आती है। पंजाबी हो, उर्दू हो, सराइकी हो, बलोची हो, तमाम मज़ाहब क्यों ना हो, मज़ाहब हो या ज़ुबानें हो, ये इंसानियत का दर्स देती है। इंसानियत क्या है? एक दूसरे का ख्याल करना, एक दूसरे के जज्बात का ख्याल करना। ज़ुबानों में मिठास होती है लेकिन इंसानों में मिठास कहाँ गुम हो गई, इसके बारे में ज़रूर सोचिएगा।